ਅੱਜ ਗੱਲ ਕਰਦੇ ਹਾਂ ਜੀ ਵਾਰਸ ਪੰਜਾਬ ਜਥੇਬੰਦੀ ਦੀ, ਕਿਉਂਕਿ ਬਹੁਤ ਸਾਰੇ ਸਵਾਲ ਆਉਂਦੇ ਆ, ਬਹੁਤ ਸਾਰੇ ਫੋਨ ਆਉਂਦੇ ਆ ਜੋ ਅੱਜ ਸਾਡੇ ਵਿਚਕਾਰ ਚੱਲ ਰਿਹਾ ਕਿ ਅਸਲ ਜਥੇਬੰਦੀ ਕੌਣ ਆ। ਬਹੁਤ ਸਾਰੇ ਵੀਰਾਂ ਦੇ ਹਮੇਸ਼ਾ ਹੀ ਇਹੀ ਮੈਸੇਜ ਆਉਂਦੇ ਜਾਂ ਫੋਨ ਆਉਂਦੇ ਕਿ ਅਸੀਂ ਕਿਹੜੇ ਪਾਸੇ ਜੁੜੀਏ ਜਾਂ ਕੌਣ ਅਸਲ ਜਥੇਬੰਦੀ ਦੇ ਪ੍ਰਧਾਨ ਹਨ। ਤਾਂ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਵਾਰਸ ਪੰਜਾਬ ਜਥੇਬੰਦੀ ਦੇ ਅਸਲ ਪ੍ਰਧਾਨ ਜੋ ਦੀਪ ਸਿੰਘ ਸਿੱਧੂ ਨੇ ਖੁਦ ਥਾਪੇ ਸੀਗੇ, ਖੁਦ ਪ੍ਰਧਾਨ ਬਣਾਇਆ ਸੀ, ਉਹ ਹਰਨੇਕ ਸਿੰਘ ਫੌਜੀ ਆ। ਕਿਉਂਕਿ ਹਰੇਕ ਚਾਹੇ ਕੋਈ ਜਥੇਬੰਦੀ ਹੋਵੇ ਚਾਹੇ ਕੋਈ ਕਲੱਬ ਹੋਵੇ ਤਾਂ ਉਹ ਇੱਕ ਪ੍ਰਕਿਰਿਆ ਦੇ ਅਧੀਨ ਜਿਹੜਾ ਆਪਾਂ ਉਸ ਦੇ ਮੈਂਬਰ ਚੁਣਦੇ ਹਾਂ ਅਤੇ ਉਹ ਰਜਿਸਟਰਡ ਹੁੰਦਾ। ਤਾਂ ਉਸੇ ਤਰ੍ਹਾਂ ਜਦੋਂ ਇਹ ਜਥੇਬੰਦੀ ਬਣੀ ਸੀ ਵਾਰਸ ਪੰਜਾਬ ਦੇ, ਤਾਂ ਇੱਕ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਕਮੇਟੀ ਬਣਾਉਣ ਲਈ ਉਸ ਦੇ ਵਿੱਚ ਨਾਮ ਨੋਮੀਨੇਸ਼ਨ ਕਰਨੇ ਬਹੁਤ ਜ਼ਰੂਰੀ ਸੀ। ਤਾਂ ਉਸ ਟਾਈਮ ਦੇ ਵਿੱਚ ਜਿਹੜਾ ਪ੍ਰਧਾਨ ਦੀਪ ਸਿੱਧੂ ਨੇ ਖੁਦ ਥਾਪਿਆ ਸੀ ਉਹ ਸੀ ਹਰਨੇਕ ਸਿੰਘ ਫੌਜੀ ਉੱਪਲ, ਜੋ ਸਾਡੇ ਵੀਰ ਅੱਜ ਵੀ ਸੇਵਾਵਾਂ ਦੇ ਰਹੇ ਆ, ਜਿਉਂਦੇ ਜਾਗਦੇ ਆ। ਅੱਜ ਵੀ ਉਹ ਵਾਰਸ ਪੰਜਾਬ ਜਥੇਬੰਦੀ ਦੀ ਸੇਵਾ ਜਿਵੇਂ ਪਹਿਲੇ ਦਿਨ ਤੋਂ ਕਰ ਰਹੇ ਸੀ ਅੱਜ ਵੀ ਕਰ ਰਹੇ ਆ। ਹਰਨੇਕ ਸਿੰਘ ਫੌਜੀ ਉਹ ਵੀਰ ਆ ਜੋ ਦੀਪ ਸਿੱਧੂ ਨਾਲ ਸ਼ੰਭੂ ਮੋਰਚੇ ਤੋਂ ਲੈ ਕੇ ਜਦੋਂ ਜੇਲ੍ਹ ਗਏ ਉਦੋਂ ਵੀ ਨਾਲ ਖੜ੍ਹੇ ਸੀ। ਅਖੀਰਲੇ ਦਿਨ ਤੱਕ ਹਰਨੇਕ ਸਿੰਘ ਫੌਜੀ ਬਾਈ ਦੀਪ ਸਿੱਧੂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਿਆ। ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ, ਜੋ ਦੀਪ ਸਿੱਧੂ ਬਾਈ ਮਾਮਾ ਜੀ ਨੂੰ ਜਾਣਦੇ ਸੀਗੇ ਸਭ ਨੂੰ ਪਤਾ ਕਿ ਹਰਨੇਕ ਸਿੰਘ ਫੌਜੀ ਕੌਣ ਸੀ। ਮਾਮਾ ਜੀ ਦੀਪ ਸਿੰਘ ਸਿੱਧੂ ਜਿਹੜੇ ਹਰਨੇਕ ਫੌਜੀ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸੀ, ਵਿਸ਼ਵਾਸ ਪਾਤਰ ਸੀ, ਕਿਉਂਕਿ ਉਹ ਇੱਕ ਹਰਨੇਕ ਸਿੰਘ ਫੌਜੀ ਵੀ ਇੱਕ ਰੱਬੀ ਰੂਹ ਆ। ਕਿਉਂਕਿ ਜਿਹੜਾ ਵੀ ਸਾਡਾ ਵੀਰ ਭਰਾ ਹਰਨੇਕ ਸਿੰਘ ਫੌਜੀ ਨੂੰ ਜਾਣਦਾ, ਠੀਕ ਹੈ, ਉਹਨਾਂ ਨੂੰ ਪਤਾ ਕਿ ਹਰਨੇਕ ਸਿੰਘ ਫੌਜੀ ਕਿੱਦਾਂ ਦੇ ਇਨਸਾਨ ਨੇ, ਬਹੁਤ ਮਿਲਣਸਾਰ ਨੇ, ਬਹੁਤ ਮਿਹਨਤੀ ਨੇ, ਔਰ ਸਭ ਤੋਂ ਵੱਡੀ ਗੱਲ ਬਹੁਤ ਜ਼ਿਆਦਾ ਇਮਾਨਦਾਰ ਨੇ। ਤਾਂ ਜਦੋਂ ਇਹ ਜਥੇਬੰਦੀ ਬਣਨੀ ਸਟਾਰਟ ਹੋਈ ਤਾਂ ਉਸ ਟਾਈਮ 'ਤੇ ਜਦੋਂ ਰਜਿਸਟਰਡ ਕਰਾਉਣੀ ਸੀ, ਗੁਰਮੀਤ ਸਿੰਘ ਬਾਈ ਬੁੱਕਣ ਵਾਲੀ ਨੂੰ ਪਤਾ, ਉਹਨਾਂ ਨੇ 2-3 ਨਾਮ ਹੋਰ ਵੀ ਪਹਿਲਾਂ ਰੱਖੇ ਸੀਗੇ ਮਾਮਾ ਜੀ ਕੋਲ, ਦੀਪ ਸਿੱਧੂ ਕੋਲੇ ਵੀ ਇਹਨਾਂ ਨਾਮਾਂ 'ਤੇ ਜਿਹੜੀ ਆਪਾਂ ਰਜਿਸਟਰਡ ਕਰਾਈਏ। ਤਾਂ ਉਸ ਟਾਈਮ 'ਤੇ ਮਾਮਾ ਦੀਪ ਸਿੰਘ ਸਿੱਧੂ ਨੇ ਉਹਨਾਂ ਨਾਮਾਂ ਨੂੰ ਸਿਰੇ ਤੋਂ ਨਕਾਰਤਾ ਸੀਗਾ ਕਿ ਨਹੀਂ, ਹਰਨੇਕ ਸਿੰਘ ਫੌਜੀ ਦੇ ਨਾਂ 'ਤੇ ਜਿਹੜੀ ਰਜਿਸਟਰਡ ਕਰਾਈ ਜਾਵੇ। ਤਾਂ ਉਸ ਟਾਈਮ 'ਤੇ ਜਿਹੜਾ ਪ੍ਰਧਾਨ ਖੁਦ ਮਾਮਾ ਦੀਪ ਸਿੰਘ ਸਿੱਧੂ ਨੇ ਹਰਨੇਕ ਸਿੰਘ ਫੌਜੀ ਨੂੰ ਬਣਾਇਆ ਸੀ। ਤਾਂ ਜਿਹੜੀ ਆਪਾਂ ਗੱਲ ਕਰਦੇ, ਜਿਵੇਂ ਮਾਮਾ ਦੀਪ ਸਿੰਘ ਸਿੱਧੂ ਹਮੇਸ਼ਾ ਤਰਕ 'ਤੇ ਗੱਲ ਕਰਦੇ ਸੀਗੇ, ਕਿਉਂਕਿ ਜਿਹੜੀ ਸੱਚਾਈ ਆ, ਸੱਚਾਈ ਕਦੇ ਵੀ ਮਤਲਬ ਸੱਚਾਈ ਨੂੰ ਆਪਾਂ ਦਬਾ ਨਹੀਂ ਸਕਦੇ, ਉਹ ਹਮੇਸ਼ਾ ਸਾਹਮਣੇ ਹੀ ਆਉਣੀ ਹੁੰਦੀ ਹੈ। ਤਾਂ ਇੱਕ ਆਪਾਂ ਪ੍ਰਕਿਰਿਆ ਦੇ ਅਧੀਨ ਹੀ ਗੱਲ ਕਰਦੇ ਹਾਂ, ਤਰਕ 'ਤੇ ਹੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਕੋਈ ਵੀ ਜਥੇਬੰਦੀ ਜਾਂ ਕਲੱਬ ਬਣਾਉਣੇ ਆ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਸਾਨੂੰ ਉਸ ਟਾਈਮ 'ਤੇ ਕੁਛ ਨਾਂ ਦੇਣੇ ਪੈਂਦੇ ਆ। ਤਾਂ ਜਦੋਂ ਉਸ ਟਾਈਮ 'ਤੇ ਨਾਂ ਹਰਨੇਕ ਸਿੰਘ ਫੌਜੀ ਦਾ ਦੀਪ ਸਿੰਘ ਸਿੱਧੂ ਜਿਹੜੇ ਮਾਮਾ ਜੀ ਸੀ ਉਹਨਾਂ ਨੇ ਜਦੋਂ ਖੁਦ ਦਿੱਤਾ, ਤਾਂ ਫਿਰ ਜਦੋਂ ਪ੍ਰਧਾਨ ਆਲਰੇਡੀ ਸਾਡੇ ਕੋਲ ਹੈ ਤਾਂ ਨਵਾਂ ਪ੍ਰਧਾਨ ਕਿੱਦਾਂ, ਜਿਹੜੇ ਆਪਣੇ ਆਪ ਨੂੰ ਪ੍ਰਧਾਨ ਮੰਨ ਰਹੇ ਅੰਮ੍ਰਿਤਪਾਲ ਸਿੰਘ, ਉਹ ਪ੍ਰਧਾਨ ਕਿੱਦਾਂ ਲੱਗ ਗਏ। ਔਰ ਦੂਸਰੀ ਗੱਲ, ਸਭ ਨੂੰ ਪਤਾ, ਇੱਕ ਵਾਰੀ ਨਹੀਂ ਬਹੁਤ ਸਾਰੇ ਪਲੇਟਫਾਰਮ 'ਤੇ ਸੋਸ਼ਲ ਮੀਡੀਆ 'ਤੇ ਦੀਪ ਸਿੰਘ ਸਿੱਧੂ ਉਹਨਾਂ ਨੇ ਖੁਦ ਕਿਹਾ ਸੀਗਾ ਕਿ ਜੋ ਜਥੇਬੰਦੀ ਦੇ ਵਿੱਚ ਮੇਰਾ ਅਹੁਦਾ ਸਿਰਫ ਸੇਵਾਦਾਰ ਦਾ, ਉਹ ਜਥੇਬੰਦੀ ਦੇ ਵਿੱਚ 16 ਮੈਂਬਰੀ ਕਮੇਟੀ ਦੇ ਵਿੱਚ ਵੀ ਨਹੀਂ ਸੀ, ਉਹ ਐਜ਼ ਏ ਸੇਵਾਦਾਰ ਜਿਹੜਾ ਜਥੇਬੰਦੀ ਦੇ ਵਿੱਚ ਕੰਮ ਕਰ ਰਹੇ ਸੀ। ਠੀਕ ਹੈ ਕਿ ਜਿੰਨੇ ਵੀ ਸਾਡੇ ਮੈਂਬਰ ਆ ਉਹ ਉਹਨਾਂ ਨੂੰ ਸਰਪ੍ਰਸਤ ਸਮਝਦੇ ਸੀ, ਪਰ ਮਾਮਾ ਦੀਪ ਸਿੰਘ ਸਿੱਧੂ ਨੇ ਕਿਤੇ ਵੀ ਜਥੇਬੰਦੀ ਦੇ ਵਿੱਚ ਕੋਈ ਅਹੁਦਾ ਨਹੀਂ ਲਿਆ ਹੋਇਆ ਸੀਗਾ। ਤਾਂ ਆਪਾਂ ਇੱਕ ਆਪਾਂ ਗੱਲ ਕਰੀਏ ਨੋਰਮਲ ਜੀ ਗੱਲ ਕਿ 16 ਮੈਂਬਰੀ ਕਮੇਟੀ ਦੇ ਵਿੱਚੋਂ ਜੋ 16 ਮੈਂਬਰ ਸੀ ਉਸ ਟਾਈਮ 'ਤੇ, ਜਾਂ ਜੋ ਵੀ ਰਜਿਸਟਰਡ ਲਈ ਜਿੰਨੇ ਨਾਂ ਦਿੱਤੇ ਸੀ, ਉਹਦੇ ਵਿੱਚ ਜਦੋਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹਰਨੇਕ ਸਿੰਘ ਫੌਜੀ ਜਿਹੜੇ ਪ੍ਰਧਾਨ ਐਲਾਨੇ ਗਏ ਸੀ ਦੀਪ ਸਿੱਧੂ ਵੱਲੋਂ ਖੁਦ, ਤਾਂ ਬਾਅਦ ਦੇ ਵਿੱਚ ਵੀ ਉਹੀ ਪ੍ਰਧਾਨ ਨੇ। ਔਰ ਜਦ ਮਾਮਾ ਜੀ ਦਾ ਐਕਸੀਡੈਂਟ ਹੋਇਆ, ਸ਼ਹੀਦ ਹੋਏ ਉਹ ਇੱਕੋ ਮੈਂ ਜਿਹੜੀ ਸੰਗਤ ਮੈਨੂੰ ਦੇਖ ਰਹੀ ਆ ਜਾਂ ਇਸ ਤੋਂ ਬਾਅਦ ਜੋ ਸੁਣੂਗੀ ਜਾਂ ਦੇਖੂਗੀ, ਮੈਂ ਉਹਨਾਂ ਮੂਹਰੇ ਹੱਥ ਬੰਨ੍ਹ ਕੇ ਇੱਕੋ ਬੇਨਤੀ ਕਰਦਾ, ਸਿਰਫ ਇੱਕੋ ਮੇਰਾ ਸਵਾਲ ਆ ਕਿ ਜਦ ਇੱਕ ਸੇਵਾਦਾਰ ਸੀ ਦੀਪ ਸਿੰਘ ਸਿੱਧੂ ਮਾਮਾ ਜੀ, ਇੱਕ ਸੇਵਾਦਾਰ ਸੀ, ਜਦੋਂ ਉਹ ਸ਼ਹੀਦ ਹੋ ਕੇ ਇਸ ਦੁਨੀਆ ਤੋਂ ਰੁਖਸਤ ਹੋ ਕੇ ਚਲੇ ਗਏ ਆ, ਤਾਂ ਉਹਨਾਂ ਦੇ ਜਾਣ ਨਾਲ ਇੱਕ ਪ੍ਰਧਾਨ ਦਾ ਜਿਹੜਾ ਅਹੁਦਾ ਸੀ ਉਹ ਕਿੱਦਾਂ ਖਾਲੀ ਹੋ ਸਕਦਾ। ਕਿਉਂਕਿ ਪ੍ਰਧਾਨ ਤਾਂ ਹਰਨੇਕ ਸਿੰਘ ਫੌਜੀ ਨੂੰ ਮਾਮਾ ਜੀ ਨੇ ਖੁਦ ਐਲਾਨਿਆ ਸੀ, ਔਰ ਉਹਨਾਂ ਦੇ ਜਾਣ ਨਾਲ ਪ੍ਰਧਾਨ ਦਾ ਅਹੁਦਾ ਕਿਵੇਂ ਕਹਿ ਸਕਦੇ ਹਾਂ ਆਪਾਂ ਵੀ ਖਾਲੀ ਹੋ ਗਿਆ। ਇੱਕ ਪ੍ਰਕਿਰਿਆ ਹੈਗੀ ਜੀ, ਇਹ ਕੋਈ ਧੱਕੇਸ਼ਾਹੀ ਤਾਂ ਹੈ ਨਹੀਂ, ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਧੱਕੇਸ਼ਾਹੀ ਨਾਲ ਕਲੱਬ ਹਾਊਸ 'ਚੋਂ ਇੱਕ ਗਰੋਹ ਨੇ ਉਸ ਜਥੇਬੰਦੀ ਦੇ ਉੱਤੇ ਕਬਜ਼ਾ ਕਰ ਲਿਆ। ਕਿਉਂਕਿ ਜਿੰਨੇ ਵੀ ਦੇਖ ਰਹੇ ਆ, ਪਲੀਜ਼ ਮੈਂ ਬੇਨਤੀ ਕਰਦਾ ਕਿ ਕਮੈਂਟ ਰਾਹੀਂ ਦੱਸਿਓ ਜ਼ਰੂਰ
ਪ੍ਰਕਿਰਿਆ ਤਾਂ ਪ੍ਰਕਿਰਿਆ ਹੀ ਹੈ ਜੀ, ਜੋ ਸੱਚਾਈ ਹੈ ਉਹ ਸੱਚਾਈ ਹੀ ਰਹਿਣੀ ਹੈ। ਦੀਪ ਸਿੱਧੂ ਇੱਕ ਸੇਵਾਦਾਰ ਸੀ ਔਰ ਦੀਪ ਸਿੱਧੂ ਵੱਲੋਂ ਸਰਪ੍ਰਸਤ, ਠੀਕ ਹੈ, ਅਸੀਂ ਸਾਰੇ ਮੈਂਬਰ ਉਹਨਾਂ ਨੂੰ ਸਰਪ੍ਰਸਤ ਮੰਨਦੇ ਸੀ ਕਿਉਂਕਿ ਉਹ ਸਾਡੀ ਕੌਮ ਦਾ ਹੀ ਸਰਪ੍ਰਸਤ ਸੀ। ਸਾਡੀ ਕੌਮ ਨੇ ਉਹਨਾਂ ਨੂੰ ਸਾਡਾ ਸਿੱਖਾਂ ਦਾ ਜਿਹੜਾ ਲੀਡਰ ਅਸੀਂ ਮੰਨ ਚੁੱਕੇ ਸੀਗੇ। ਇਸੇ ਲਈ ਜੋ ਆਪਾਂ ਨੂੰ ਪਤਾ ਭੋਗ 'ਤੇ ਜੋ ਇਕੱਠ ਹੋਇਆ, ਅੱਜ ਵੀ ਉਹਨਾਂ ਦੀ ਰੂਹ ਨੂੰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕੌਮੀ ਯੋਧੇ ਆ, ਠੀਕ ਹੈ, ਉਹ ਸਿਰ ਝੁਕਾਉਂਦੇ ਆ ਕਿਉਂਕਿ ਉਹ ਇੱਕ ਰੱਬੀ ਰੂਹ ਸੀ। ਤਾਂ ਗੱਲ ਫਿਰ ਉੱਥੇ ਆ ਕੇ ਖੜ ਜਾਂਦੀ ਹੈ ਕਿ ਦੀਪ ਸਿੱਧੂ ਦੇ ਜਾਣ ਨਾਲ ਪ੍ਰਧਾਨ ਦਾ ਅਹੁਦਾ ਕਿੱਦਾਂ ਖਾਲੀ ਹੋ ਗਿਆ। ਪ੍ਰਧਾਨ ਤਾਂ ਦੀਪ ਸਿੱਧੂ ਨੇ ਖੁਦ ਐਲਾਨਿਆ ਸੀ ਹਰਨੇਕ ਸਿੰਘ ਫੌਜੀ ਨੂੰ, ਠੀਕ ਹੈ ਜੀ। ਹਰਨੇਕ ਸਿੰਘ ਫੌਜੀ ਪ੍ਰਧਾਨ ਸੀ, ਸੇਵਾਦਾਰ ਦੇ ਤੌਰ 'ਤੇ ਮਾਮਾ ਦੀਪ ਸਿੰਘ ਸਿੱਧੂ ਸੇਵਾ ਕਰ ਰਹੇ ਸੀ। ਤਾਂ ਸੇਵਾਦਾਰ ਦੇ ਜਾਣ ਨਾਲ ਇੱਕ ਪ੍ਰਧਾਨ ਦਾ ਅਹੁਦਾ ਕਿੱਦਾਂ ਖਾਲੀ ਹੋ ਸਕਦਾ, ਨੰਬਰ 1। ਔਰ ਨੰਬਰ 2, ਅਸੀਂ ਮੰਨ ਲੈਂਦੇ ਕਿ ਉਸ ਤੋਂ ਬਾਅਦ 16 ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦੇ ਵਿੱਚ ਕੋਈ ਮਤਾ ਪੈਂਦਾ 16 ਮੈਂਬਰਾਂ ਵੱਲੋਂ ਔਰ ਉਹਦੇ ਵਿੱਚ ਜਿਹੜੇ ਹਰਨੇਕ ਸਿੰਘ ਫੌਜੀ ਆ ਉਹਨਾਂ ਨੂੰ ਪ੍ਰਧਾਨ ਹਟਾ ਕੇ ਨਵਾਂ ਪ੍ਰਧਾਨ ਅੰਮ੍ਰਿਤਪਾਲ ਸਿੰਘ ਲਾਤਾ। ਪਰ ਇੱਦਾਂ ਦੀ ਕੋਈ ਮੀਟਿੰਗ ਹੀ ਨਹੀਂ ਹੋਈ। ਜੇ ਕੋਈ ਮੀਟਿੰਗ ਹੋਈ ਆ ਤਾਂ ਕਿਸੇ ਨੂੰ ਦੱਸਿਆ ਕਿਉਂ ਨਹੀਂ ਗਿਆ। ਔਰ ਤੀਸਰੀ ਗੱਲ, ਜਿਸ ਦਿਨ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਲਾਇਆ ਜਾਂਦਾ, ਸਿਰਫ 3 ਮੈਂਬਰ ਜੀ, 3 ਮਤਲਬ ਸੋਸ਼ਲ ਮੀਡੀਆ 'ਤੇ 3 ਜਾਣੇ ਆ ਕੇ ਪੰਜਾਬ ਤੋਂ ਪ੍ਰਧਾਨ ਐਲਾਨ ਦਿੰਦੇ ਆ ਔਰ ਉਹਦੇ ਵਿੱਚੋਂ ਸ਼ਾਇਦ 1 ਜਾਂ 2 ਜਾਣੇ ਉਸ ਕਮੇਟੀ ਦੇ ਵੀ ਮੈਂਬਰ ਨਹੀਂ ਆ। ਜਥੇਬੰਦੀ ਜਿਹੜੀ ਮੈਂਬਰ ਕਮੇਟੀ ਆ ਉਸ ਦੇ ਵੀ ਮੈਂਬਰ ਨਹੀਂ ਆ। ਔਰ ਇੱਕ ਹੋਰ ਕੋਈ ਵੀ ਪ੍ਰਕਿਰਿਆ, ਚਾਹੇ ਜਥੇਬੰਦੀ ਦੀ ਆ, ਚਾਹੇ ਕਲੱਬ ਦੀ ਆ, ਚਾਹੇ ਪੰਚਾਇਤ, ਆਪਾਂ ਦੇਖਦੇ ਹਾਂ ਜਿਹੜੀ ਵੀ ਇੱਕ ਸਾਫ਼ ਸੁਥਰੀ ਪ੍ਰਕਿਰਿਆ ਹੁੰਦੀ ਹੈ ਉਹਦੇ ਵਿੱਚ ਇੱਕ ਹੁੰਦਾ ਵੀ ਜਿਵੇਂ ਹੁਣ ਆਪਣੇ ਆਮ ਹੀ ਜਥੇਬੰਦੀਆਂ ਪਹਿਲਾਂ ਚੱਲ ਰਹੀਆਂ। ਜਥੇਬੰਦੀ ਦੇ ਵਿੱਚ ਕੋਈ ਵੀ ਅਹੁਦਾ ਲੈਣ ਤੋਂ ਪਹਿਲਾਂ ਤੁਹਾਡਾ ਮੈਂਬਰ ਬਣਨਾ ਬਹੁਤ ਜ਼ਰੂਰੀ ਹੈ। ਤਾਂ ਅੰਮ੍ਰਿਤਪਾਲ ਦੁਬਈ ਬੈਠਾ ਸੀ, 16 ਮੈਂਬਰੀ ਕਮੇਟੀ ਤੋਂ ਬਾਅਦ ਕੋਈ ਵੀ ਜਿਹੜੀ ਹੈਗੀ ਆ ਮੀਟਿੰਗ ਦੇ ਵਿੱਚ ਉਸ ਦੀ ਵਿਸਤਾਰ ਨਹੀਂ ਕੀਤਾ। ਜੇ ਵਿਸਤਾਰ ਕੀਤਾ ਤਾਂ ਉਹ ਦੱਸ ਸਕਦੇ ਆ ਵੀ ਵਿਸਤਾਰ ਕੀਤਾ। ਜਦੋਂ ਵਿਸਤਾਰ ਨਹੀਂ ਕੀਤਾ ਤਾਂ ਅੰਮ੍ਰਿਤਪਾਲ ਸਿੰਘ ਬਿਨਾਂ ਮੈਂਬਰ ਬਣੇ ਹੋਏ ਸਿੱਧਾ ਪ੍ਰਧਾਨ ਕਿੱਦਾਂ ਲੱਗ ਗਏ। ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ। ਔਰ ਸਭ ਤੋਂ ਵੱਡੀ ਗੱਲ, ਅੰਮ੍ਰਿਤਪਾਲ ਸਿੰਘ ਤੇ ਬਾਈ ਗੁਰਮੀਤ ਸਿੰਘ ਬੁੱਕਣ ਵਾਲੀ ਇਹ ਸਪਸ਼ਟ ਕਰਨ ਕਿ 13 ਫਰਵਰੀ ਤੱਕ ਦੀਪ ਸਿੰਘ ਸਿੱਧੂ ਨੇ ਉਹਨਾਂ ਨੂੰ ਬਲੌਕ ਕਿਉਂ ਕੀਤਾ ਹੋਇਆ ਸੀ ਆਪਣੇ ਫੋਨ 'ਚ। ਉਹ ਵਿਦ ਪ੍ਰੂਫ ਆ ਜੀ ਸਾਡੇ ਕੋਲੇ, ਠੀਕ ਹੈ। ਅਸੀਂ ਸਤਿਕਾਰ ਕਰਦੇ ਸੀ ਪਰ ਇਹਨਾਂ ਨੇ ਬਹੁਤ ਸਾਰਾ ਇੱਦਾਂ ਦਾ ਮਤਲਬ ਪ੍ਰਚਾਰ ਕੀਤਾ, ਪਰਿਵਾਰ ਦੇ ਵੀ ਉਲਟ ਭੁਗਤੇ ਇਹ, ਠੀਕ ਹੈ। ਔਰ ਪਰਿਵਾਰ ਨੇ ਇਹ ਬੈਠੇ ਨੇ ਅਕਾਲ ਤਖਤ 'ਤੇ ਚਲੇ ਜਾਣ। ਬਾਈ ਮੇਰੀ ਹਰਨੇਕ ਸਿੰਘ ਫੌਜੀ ਨਾਲ ਗੱਲ ਹੋਈ ਹੈ, ਜਿਹੜੀ 16 ਮੈਂਬਰੀ ਕਮੇਟੀ ਦਾ ਹੁਣ ਨੰਬਰ ਇਹਨਾਂ ਨੇ ਨਾਂ ਦਿੱਤੇ ਆ, ਜਿਹਦੇ 'ਚ ਗੁਰਮੀਤ ਸਿੰਘ ਬੁੱਕਣ ਵਾਲੀ ਵੀ ਕਹਿ ਰਹੇ ਵੀ ਮੈਂ ਮੈਂਬਰ ਹਾਂ ਅਤੇ ਇੱਕ ਮੈਂਬਰ ਹੋਰ ਕਹਿ ਰਿਹਾ ਵੀ ਮੈਂ ਮੈਂਬਰ ਹਾਂ, ਮੈਂ ਨਾਂ ਨਹੀਂ ਲੈਂਦਾ ਹਜੇ। ਔਰ ਉਹਨਾਂ ਨੇ ਜਦ ਇਹ ਜਥੇਬੰਦੀ ਦੀ ਪਹਿਲੀ ਮੀਟਿੰਗ ਹੋਈ ਉਹਨਾਂ ਨੇ ਆਪਣੇ ਨਾਂ ਵਾਪਸ ਲੈ ਕੇ ਹੋਰ 2 ਨਾਂ ਦਿੱਤੇ ਸੀ। ਅੱਜ ਇਹਨਾਂ ਨੇ ਉਹ 2 ਨਾਂ ਵੀ ਰੱਖ ਲਏ ਔਰ ਆਪਣੇ ਵੀ ਨਾਂ ਐਡ ਕਰ ਲਏ। ਹਰਨੇਕ ਸਿੰਘ ਫੌਜੀ ਨੇ ਇਹ ਗੱਲ ਕਹੀ ਹੈ ਕਿ ਅਕਾਲ ਤਖਤ ਸਾਹਿਬ ਜਾ ਕੇ ਜਾਂ ਮੈਂ ਆਉਣ ਉੱਥੇ ਮੈਂ ਗੱਲ ਕਰਾਂਗਾ ਜਾਂ ਇਹ ਕਰਨ। ਤਾਂ ਇਹ ਇੱਕ ਤਰ੍ਹਾਂ ਦਾ ਕਬਜ਼ਾ ਹੀ ਕਹਿ ਸਕਦੇ ਆਪਾਂ ਵੀ ਇੱਕ ਗਰੋਹ ਨੇ ਆ ਕੇ ਜਥੇਬੰਦੀ ਦੇ ਉੱਤੇ ਕਬਜ਼ਾ ਕੀਤਾ, ਕਿਉਂਕਿ ਜੇ ਪ੍ਰਕਿਰਿਆ ਦੇ ਅਧੀਨ ਦੇਖੀਏ ਤਾਂ ਇਹ ਚੀਜ਼ ਹੋ ਹੀ ਨਹੀਂ ਸਕਦੀ। ਔਰ ਦੂਸਰੀ ਸਭ ਤੋਂ ਵੱਡੀ ਗੱਲ ਕਿ ਪ੍ਰਧਾਨ ਬਣਨਾ ਤਾਂ ਸੌਖਾ, ਸੋਸ਼ਲ ਮੀਡੀਆ 'ਤੇ ਬਹਿ ਕੇ ਜਿੱਦਾਂ ਹੁਣ ਮੈਂ ਬੋਲ ਰਿਹਾ ਬੋਲਣਾ ਸੌਖਾ, ਪਰ ਦੀਪ ਸਿੰਘ ਸਿੱਧੂ ਸਿਰਫ ਸੋਸ਼ਲ ਮੀਡੀਆ 'ਤੇ ਨਹੀਂ ਕੰਮ ਕਰ ਰਿਹਾ ਸੀ। ਉਹਨੇ ਆ ਕੇ ਪੰਜਾਬ ਦੀ ਧਰਤੀ 'ਤੇ ਵਰਕ ਕੀਤਾ, ਉਹਨੇ ਪੰਥ ਦੀ ਗੱਲ ਕੀਤੀ। ਦੀਪ ਸਿੱਧੂ ਨੂੰ ਕੋਈ ਬਣਿਆ ਬਣਾਇਆ ਪਲੇਟਫਾਰਮ ਨਹੀਂ ਮਿਲਿਆ ਸੀ। ਦੀਪ ਸਿੱਧੂ ਨੇ ਖੁਦ ਪੰਜਾਬ ਦੇ ਵਿੱਚ ਆ ਕੇ ਵਰਕ ਕੀਤਾ, ਸਾਡੇ ਪੰਥ ਦੀ ਗੱਲ ਕੀਤੀ, ਸਾਡੇ ਵੱਧ ਅਧਿਕਾਰਾਂ ਦੀ ਗੱਲ ਕੀਤੀ, ਸਾਡੇ ਪਾਣੀਆਂ ਦੀ ਗੱਲ ਕੀਤੀ। ਉਹਨੂੰ ਕੌਮ ਨੇ ਫਿਰ ਆਪਣਾ ਜਿਹੜਾ ਲੀਡਰ ਮੰਨਿਆ ਸੀ, ਫਿਰ ਉਹਨੂੰ ਇੰਨਾ ਪਿਆਰ ਸਤਿਕਾਰ ਕੌਮ ਨੇ ਨਿਵਾਜਿਆ ਸੀਗਾ। ਸੋਸ਼ਲ ਮੀਡੀਆ 'ਤੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਕਿਉਂਕਿ ਜੇ ਦੀਪ ਵੀ ਬੰਬੇ ਬਹਿ ਕੇ ਸੋਸ਼ਲ ਮੀਡੀਆ 'ਤੇ ਬੈਠ ਕੇ ਲਾਈਵ ਹੋ ਕੇ ਗੱਲਾਂ ਬਾਤਾਂ ਕਰਦਾ ਰਹਿੰਦਾ ਤਾਂ ਸ਼ਾਇਦ ਉਹਨਾਂ ਨੂੰ ਜੋ ਪਿਆਰ ਸਾਡੇ ਲੋਕਾਂ ਨੇ ਅੱਜ ਦਿੱਤਾ ਉਹ ਨਹੀਂ ਮਿਲਣਾ ਸੀ। ਪਰ ਦੀਪ ਸਿੱਧੂ ਨੂੰ ਪੰਜਾਬ ਨਾਲ ਪਿਆਰ ਸੀ, ਉਹਨੂੰ ਪਤਾ ਸੀ ਵੀ ਪੰਜਾਬ ਨਾਲ ਕੀ ਧੱਕਾ ਹੋ ਰਿਹਾ। ਇਸੇ ਲਈ ਦੀਪ ਸਿੱਧੂ ਕਹਿੰਦਾ ਸੀ ਕਿ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀਗਾ। ਔਰ ਸਾਡੇ ਜਿਹੜੇ ਪ੍ਰਧਾਨ ਆ ਉਹ ਸਿਰਫ ਸੋਸ਼ਲ ਮੀਡੀਆ 'ਤੇ ਹੀ ਲਾਈਵ ਹੋ ਕੇ ਕਹਿਣ ਵਾਲੇ ਆ। ਤਾਂ ਅੰਮ੍ਰਿਤਪਾਲ ਸਿੰਘ ਜੀ, ਤੁਸੀਂ ਇਸ ਗੱਲ ਦਾ ਮੈਂ ਜਵਾਬ ਨਹੀਂ ਮੰਗਦਾ ਤੁਹਾਡੇ ਤੋਂ, ਦੱਸਿਓ ਜ਼ਰੂਰ ਵੀ ਪ੍ਰਧਾਨ ਕਿੱਦਾਂ ਐਲਾਨੇ ਜਾਂਦੇ ਆ। ਜੋ ਵੀ ਸਾਡੀਆਂ ਸਨਮਾਨਯੋਗ ਸ਼ਖਸੀਅਤਾਂ ਸੁਣ ਰਹੀਆਂ ਜਾਂ ਦੇਖ ਰਹੀਆਂ ਉਹਨਾਂ ਨੂੰ ਪਤਾ ਵਰਕ ਕਰਨਾ ਪੈਂਦਾ,
ਪੰਜਾਬ ਆ ਕੇ ਵਰਕ ਕਰਨਾ ਪੈਣਾ। ਦੀਪ ਨੇ ਉਹ ਕੀਤਾ ਸੀਗਾ। ਔਰ ਤੁਸੀਂ ਸੋਸ਼ਲ ਮੀਡੀਆ 'ਤੇ ਕਲੱਬ ਹਾਊਸ 'ਚੋਂ ਬੈਠ ਕੇ ਤੁਸੀਂ ਪ੍ਰਧਾਨ ਉਹ ਪੁੜੀ ਕੱਢਤੀ ਵੀ ਜੀ ਅਮਰਤਪਾਲ ਸਿੰਘ ਪ੍ਰਧਾਨ ਆ। ਕਿੱਦਾਂ ਪ੍ਰਧਾਨ ਲੱਗ ਸਕਦਾ? ਕੋਈ ਜਵਾਬ ਤਾਂ ਹੋਵੇ ਨਾ। ਕੋਈ ਮੈਂਬਰ ਨਹੀਂ ਸੀ ਉਹ। ਔਰ ਜਿਹੜੇ ਰੋਜ਼ ਆ ਕੇ ਜਾਲੀ ਆਈਡੀਆਂ ਆ ਕੇ, ਹੁਣ ਮੇਰੇ ਇੱਥੇ ਵੀ ਜਾਲੀ ਆਈਡੀਆਂ ਆਉਣਗੀਆਂ, ਉਹ ਬਹੁਤ ਸਾਰਾ ਮਤਲਬ ਗਲਤ ਬੋਲਣਗੀਆਂ, ਬਹੁਤ ਕੁਛ ਕਰਦੇ ਆ। ਉਹ ਕਮੈਂਟਾਂ ਦੇ ਵਿੱਚ ਗਾਲਾਂ ਕੱਢਦੇ ਆ, ਠੀਕ ਹੈ। ਪਰ ਸੱਚਾਈ ਹੈ ਜਿਹੜੀ, ਸੱਚਾਈ ਲੋਕ ਦੀ ਨਹੀਂ ਹੁੰਦੀ। ਕਿਉਂਕਿ ਦੀਪ ਸਿੰਘ ਸਿੱਧੂ ਮਾਮਾ ਜੀ ਨੂੰ ਵੀ ਕਮੈਂਟਾਂ ਦੇ ਵਿੱਚ ਜਾਂ ਉਹਨਾਂ ਦਾ ਵਿਰੋਧ ਕਰਨ ਵਾਲੇ ਬਹੁਤ ਆਏ ਸੀਗੇ, ਪਰ ਉਹ ਇੱਕੋ ਗੱਲ ਕਹਿੰਦਾ ਸੀਗਾ ਕਿ ਸੱਚ ਦਾ ਨਿਤਾਰਾ ਵਾਹਿਗੁਰੂ ਨੇ ਕਰਨਾ, ਸੱਚ ਨੂੰ ਕੋਈ ਦਬਾ ਨਹੀਂ ਸਕਦਾ। ਔਰ ਤੁਸੀਂ ਵਾਰ-ਵਾਰ, ਔਰ ਸਭ ਤੋਂ ਵੱਡੀ ਗੱਲ, ਜਿਸ ਦਿਨ ਬਠਿੰਡਾ ਵਿਖੇ 16 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਹੈ, ਠੀਕ ਹੈ, ਤੁਸੀਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿਹੜੇ 4-5 ਬੰਦੇ ਖਰਾਬ ਕਰ ਰਹੇ ਆ, ਉਹ ਦੱਸਿਓ ਕਿ ਪਰਿਵਾਰ ਨੇ ਤੁਹਾਨੂੰ ਕੀ ਕਿਹਾ ਸੀ ਵੀ ਤੁਸੀਂ 16 ਮੈਂਬਰੀ ਕਮੇਟੀ ਸਾਈਡ 'ਤੇ ਹੋ ਕੇ ਬੈਠ ਜਾਓ। ਤੁਸੀਂ ਜੋ ਤੁਹਾਡੇ ਵਿੱਚ ਆਪਸ 'ਚ ਵਿਤਕਰੇ ਆ ਉਹ ਦੂਰ ਕਰ ਲਓ ਔਰ ਜਥੇਬੰਦੀ ਚਲਾਓ। ਦੀਪ ਦਾ ਨਾਂ ਨਾ ਖਰਾਬ ਕਰੋ। ਪਰ ਤੁਸੀਂ ਹਮੇਸ਼ਾ ਦੀਪ ਦੇ ਨਾਂ ਨੂੰ ਵਰਤਿਆ। ਤੁਸੀਂ ਕਹਿੰਦੇ ਹੋ ਨਾ ਪਰਿਵਾਰ ਨੇ ਵਰਤਿਆ। ਇੱਕ ਜਗ੍ਹਾ ਤੁਸੀਂ ਪ੍ਰੂਫ ਕਰ ਦਿਓ ਕਿ ਦੀਪ ਸਿੱਧੂ ਦੇ ਪਰਿਵਾਰ ਨੇ ਕਦੇ ਕੁਛ, ਔਰ ਉਹ ਤਾਂ ਪਰਿਵਾਰ ਦਾ ਜੀ ਸੀ। ਇੱਕ ਵੀ ਜਗ੍ਹਾ 'ਤੇ ਤੁਸੀਂ ਦੱਸ ਸਕਦੇ ਹੋ ਕਿਤੇ ਗਲਤ ਹੋਵੇ, ਪਰ ਤੁਸੀਂ ਹਰ ਜਗ੍ਹਾ 'ਤੇ ਜਾ ਕੇ ਪਰਿਵਾਰ ਨੂੰ ਟਾਰਗੇਟ ਕੀਤਾ ਔਰ ਜਥੇਬੰਦੀ ਨੂੰ ਵੀ ਤੁਸੀਂ ਟਾਰਗੇਟ ਕੀਤਾ। ਬਾਈ ਗੁਰਮੀਤ ਸਿੰਘ ਬੁੱਕਣ ਵਾਲਿਆ, ਦੱਸਿਓ ਜ਼ਰੂਰ ਤੁਸੀਂ, ਹੈ ਨਾ, ਅਮਰਤਪਾਲ 'ਤੇ ਤੁਸੀਂ ਕਿਉਂ ਬਲੌਕ ਕੀ ਸੀਗੇ? ਕੀ ਕਾਰਨ ਸੀਗਾ ਤੁਹਾਡਾ ਬਲੌਕ ਹੋਣ ਦਾ? ਕਿਉਂਕਿ ਜਿਨ੍ਹਾਂ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ ਨਾ ਸਾਡੇ ਲੋਕਾਂ ਨੂੰ, ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਹੋਵੇ ਵੀ ਪ੍ਰਧਾਨ ਅਮਰਤਪਾਲ ਸਿੰਘ ਅਤੇ ਗੁਰਮੀਤ ਸਿੰਘ ਪੰਜਾਬ ਦਾ ਪ੍ਰਧਾਨ। ਕਿਉਂਕਿ ਹੁਣ ਜਿਵੇਂ ਪਿੱਛੇ ਜੇ ਤੁਸੀਂ ਸ਼੍ਰੀ ਤਖ਼ਤ ਸਾਹਿਬ ਜਾ ਕੇ ਪੇਸ਼ ਹੋਏ ਸੀ ਜਥੇਬੰਦੀ ਵੱਲੋਂ ਪੰਜਾਬ ਦੇ ਨੁਮਾਇੰਦੇ ਦੇ ਤੌਰ 'ਤੇ, ਦੱਸਿਓ ਜ਼ਰੂਰ ਕੀ ਕਾਰਨ ਸੀ ਵੀ ਦੀਪ ਸਿੰਘ ਸਿੱਧੂ ਮਾਮਾ ਜੀ ਨੇ ਤੁਹਾਨੂੰ ਬਲੌਕ ਕੀਤਾ ਹੋਇਆ ਸੀ। ਔਰ ਇਹ ਜਿਹੜਾ ਬਲੌਕ ਕਰਨ ਦਾ ਪ੍ਰੂਫ ਬਾਈ ਵੀਰ ਦਵਿੰਦਰ ਨੇ ਲਾਈਵ ਦੇ ਵਿੱਚ ਪਾਇਆ ਤੁਹਾਡਾ ਵੀ ਤੁਸੀਂ ਬਲੌਕ ਸੀ। ਕੋਈ ਤਾਂ ਕੋਈ ਕਾਰਨ ਰਹੀ ਹੋਣਗੇ ਜੋ ਦੀਪ ਸਿੱਧੂ ਤੁਹਾਡੇ ਤੋਂ ਪਿੱਛੇ ਹੋਇਆ ਸੀ। ਦੱਸਿਓ ਜ਼ਰੂਰ। ਕਿਸੇ ਦੂਸਰੇ 'ਤੇ ਉਂਗਲ ਕਰਨੀ ਬਹੁਤ ਸੌਖੀ ਹੁੰਦੀ ਹੈ। ਤੁਸੀਂ ਗੱਲ ਕਰਦੇ ਹੋ ਦੀਪ ਸਿੱਧੂ ਦੀ ਸੋਚ ਦੀ, ਤੁਸੀਂ ਤਾਂ ਦੀਪ ਸਿੱਧੂ ਦੀ ਸੋਚ ਦੇ ਨੇੜੇ ਤੇੜੇ ਵੀ ਨਹੀਂ। ਕਿਉਂਕਿ ਜੇ ਤੁਸੀਂ ਨੇੜੇ ਤੇੜੇ ਹੁੰਦੇ ਤਾਂ ਤੁਸੀਂ ਪਰਿਵਾਰ ਨੂੰ ਟਾਰਗੇਟ ਨਹੀਂ ਕਰਨਾ ਸੀ, ਕਿਉਂਕਿ ਉਹ ਪਰਿਵਾਰ ਦੀਪ ਦਾ। ਔਰ ਇੱਕ ਵਾਰ ਕਿਸੇ ਨੇ ਦੀਪ ਸਿੱਧੂ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਸੀ ਤਾਂ ਦੀਪ ਸਿੱਧੂ ਨੇ ਸ਼ਾਮ ਨੂੰ ਜਾ ਕੇ ਲਾਈਵ ਦੇ ਵਿੱਚ ਕਿਹਾ ਸੀ ਵੀ ਅੱਜ ਤੋਂ ਬਾਅਦ ਜੇ ਮੇਰੇ ਕਿਸੇ ਮੈਂਬਰ ਨੂੰ ਕਿਸੇ ਨੇ ਟਾਰਗੇਟ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਔਰ ਤੁਸੀਂ ਵਾਰਸ ਬਣਦੇ ਹੋ ਦੀਪ ਦੇ ਔਰ ਉਸੇ ਦੇ ਪਰਿਵਾਰ ਨੂੰ ਟਾਰਗੇਟ ਕਰ ਰਹੇ ਹੋ। ਔਰ ਸਾਡਾ ਪੰਥ ਆ ਉਹਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ ਕਿ ਜੀ ਇਹ ਤਾਂ ਜਥੇਬੰਦੀ ਦੂਜੀ ਆ ਜੀ, ਤੀਜੀ ਆ। ਜਿਹੜੀ ਜਥੇਬੰਦੀ ਹੈ ਉਹ ਇੱਕ ਹੀ ਹੈ ਔਰ ਉਹਦਾ ਪ੍ਰਧਾਨ, ਠੀਕ ਹੈ, ਜੋ ਦੀਪ ਨੇ ਆਪ ਥਾਪਿਆ ਸੀਗਾ ਹਰਨੇਕ ਸਿੰਘ ਫੌਜੀ, ਉਹ ਅੱਜ ਵੀ ਹੈ। ਜਾਂ ਤੁਸੀਂ ਕਲੀਅਰ ਕਰੋ ਵੀ ਪ੍ਰਧਾਨ ਤੁਸੀਂ ਅਮਰਤਪਾਲ ਸਿੰਘ ਨੂੰ ਕਿੱਦਾਂ ਲਾਇਆ, ਕੀ ਅਧਿਕਾਰ ਸੀ ਤੁਹਾਡੇ ਕੋਲੇ? ਔਰ ਸਭ ਤੋਂ ਵੱਡੀ ਗੱਲ, ਤੁਸੀਂ ਉਹ ਲੋਕ ਹੋ ਜਿਹੜੇ ਦੀਪ ਸਿੱਧੂ ਦੀਆਂ ਵੀ ਰਿਕਾਰਡਿੰਗਾਂ ਕਰਦੇ ਸੀ ਔਰ ਬਾਅਦ 'ਚ ਉਹ ਪ੍ਰੂਫ ਕਰਦੇ ਫਿਰਦੇ ਆ, ਠੀਕ ਹੈ। ਔਰ ਸਾਨੂੰ ਪ੍ਰੂਫ ਕਰਨ ਦੀ ਲੋੜ ਨਹੀਂ। ਬਾਈ ਗੁਰਪ੍ਰੀਤ ਸਿੰਘ ਹਰੀਨੌ ਆ, ਉਹ ਦੂਜੇ ਦਿਨੋਂ ਆ ਕੇ ਕਹਿਣ ਲੱਗ ਜਾਂਦਾ ਵੀ ਤੂੰ ਦੀਪ ਨੂੰ ਮਾਮਾ ਮਾਮਾ ਕਹਿ ਕੇ ਫੇਮਸ ਹੁੰਦਾ, ਠੀਕ ਹੈ। ਮੈਨੂੰ ਇੱਕ ਗੱਲ ਦੱਸਿਓ ਜੀ, ਰਿਸ਼ਤੇ ਦੇ ਵਿੱਚ ਜੋ ਸਾਡਾ ਚਾਚਾ ਤਾਇਆ ਮਾਮਾ ਫੁੱਫੜ ਭੂਆ ਜੋ ਲੱਗਦੇ ਅਸੀਂ ਉਸ ਨੂੰ ਉਸ ਦੇ ਅਹੁਦੇ ਜੋ ਸਾਡਾ ਰਿਸ਼ਤਾ ਉਸ ਦੇ ਨਾਲ ਸੰਬੋਧਨ ਨਹੀਂ ਕਰਾਂਗੇ ਤਾਂ ਕੀ ਕਰਾਂਗੇ? ਇਹਨਾਂ ਨੂੰ ਇਹ ਲੱਗਦਾ ਸੀਗਾ ਵੀ ਅਸੀਂ ਇੱਦਾਂ ਹੀ ਕਰ ਇਹਨਾਂ ਨੂੰ ਟਾਰਗੇਟ ਕਰਕੇ ਦਬਾ ਲਾਂਗੇ ਜਾਂ ਇਹਨਾਂ ਨੂੰ ਕਿਹੜਾ ਬੋਲਣਾ ਆਉਂਦਾ। ਸਾਡੇ ਵਿੱਚ ਵੀ ਉਹੀ ਖੂਨ ਆ। ਮੈਨੂੰ ਛੋਟੇ ਹੁੰਦੇ ਨੂੰ ਦੀਪ ਮਾਮੇ ਨੇ ਖੁਦ ਖੜਾਇਆ ਔਰ ਇਕੱਠਿਆਂ ਬਹਿ ਕੇ ਜਿਵੇਂ ਬੱਚਿਆਂ ਦੇ ਮੂੰਹ ਦੇ ਵਿੱਚ ਬੁਰਕੀਆਂ ਪਾਉਂਦੇ ਆ ਨਾ, ਠੀਕ ਹੈ, ਐਦਾਂ ਪਾਲਿਆ। ਪਰ ਅਸੀਂ ਤੁਹਾਡੇ ਵਾਂਗੂ ਫੇਸਬੁੱਕ 'ਤੇ ਲਾਈਵ ਹੋ ਕੇ ਖੇਡਣਾ ਨਹੀਂ ਚਾਹੁੰਦੇ। ਬਹੁਤ ਵਾਰੀ ਬੇਨਤੀ ਕੀਤੀ ਸੀ, ਅੱਜ ਵੀ ਉਹ ਪੋਸਟਾਂ ਪਈਆਂ ਕਿ ਅਸੀਂ ਚੁੱਪ ਆ ਤਾਂ ਚੁੱਪ ਰਹਿਣ ਦਿਓ, ਪਰ ਨਹੀਂ। ਤੁਸੀਂ ਕੀ ਵਰਕ ਕੀਤਾ ਇਸ ਧਰਤੀ 'ਤੇ, ਪੰਜਾਬ ਦੀ 'ਤੇ? ਅਮਰਤਪਾਲ ਸਿੰਘ ਦੱਸੇ ਕੀ ਵਰਕ ਹੋਇਆ? ਤੂੰ ਆਪਣੇ ਆਪ ਨੂੰ ਪ੍ਰਧਾਨ ਤਾਂ ਬਣਾ ਲਿਆ, ਕਲੱਬ ਹਾਊਸ 'ਚੋਂ ਪ੍ਰਧਾਨ ਨਹੀਂ ਨਿਕਲਦੇ ਹੁੰਦੇ। ਜਾਂ ਫਿਰ ਤੂੰ ਪ੍ਰੂਫ ਕਰ ਤੈਨੂੰ ਪ੍ਰਧਾਨ ਲਾਇਆ ਕਿਹਨੇ ਆ? ਤੁਸੀਂ ਇੱਕ ਗਰੋਹ ਜਿਨ੍ਹਾਂ ਨੇ ਜਥੇਬੰਦੀ ਦੇ ਉੱਤੇ ਕਬਜ਼ਾ ਕੀਤਾ। ਦੀਪ ਸਿੱਧੂ ਤੁਹਾਡੇ ਫੋਨ ਨਹੀਂ ਚੱਕਦਾ ਹੁੰਦਾ ਸੀਗਾ, ਯਾਦ ਆ ਨਾ? ਤੁਸੀਂ ਕਦੇ ਮਨਜੀਤ ਨੂੰ ਫੋਨ ਕਰਨਾ, ਬਾਈ ਗੱਲ ਕਰਾ ਦਿਓ ਦੀਪ ਨਾਲ, ਕਦੇ ਟੋਨੀ ਨੂੰ ਫੋਨ ਕਰਨਾ।
ਔਰ ਤੁਸੀਂ ਅੱਜ ਸੱਚੇ ਹੁੰਦੇ ਫਿਰਦੇ ਹੋ। ਜੇ ਤੁਸੀਂ ਸੱਚੇ ਹੁੰਦੇ ਨਾ ਤਾਂ ਤੁਹਾਨੂੰ ਜਿਹੜੀਆਂ ਰਿਕਾਰਡਿੰਗਾਂ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ ਨਾ ਵੀ ਦੀਪ ਸਿੱਧੂ ਸਾਡੇ ਇੰਨਾ ਨੇੜੇ ਸੀ, ਆਹ ਰਿਕਾਰਡਿੰਗ ਹੈ ਜੀ ਸਾਡੇ ਕੋਲੇ, ਆਹ ਸਾਨੂੰ ਫੋਨ ਕਰਦਾ ਹੁੰਦਾ ਸੀ, ਜੋ ਸੱਚੇ ਹੁੰਦੇ ਉਹਨਾਂ ਨੂੰ ਰਿਕਾਰਡਿੰਗ ਦੀ ਲੋੜ ਨਹੀਂ ਹੁੰਦੀ। ਔਰ ਪ੍ਰਧਾਨ ਜੀ ਇਹ ਗੱਲ ਸਪਸ਼ਟ ਆ ਵੀ ਤੁਸੀਂ ਧੱਕੇ ਨਾਲ ਬਣੇ ਹੋਏ ਇੱਕ ਕਲੱਬ ਹਾਊਸ 'ਚੋਂ ਨਿਕਲੇ ਹੋਏ ਪ੍ਰਧਾਨ ਹੋ, ਜਾਂ ਫਿਰ ਤੁਸੀਂ ਇਹ ਕਹੋ ਵੀ ਦੀਪ ਝੂਠਾ ਸੀ। ਗੁਰਮੀਤ ਸਿੰਘ ਬੁੱਕਨਾਲੀਆ ਬਾਈ ਦੱਸਦੇ ਵੀ ਹਰਨੇਕ ਸਿੰਘ ਫੌਜੀ ਨੂੰ ਰਜਿਸਟਰਡ ਕਰਾਉਣ ਵੇਲੇ ਪ੍ਰਧਾਨ ਦਾ ਜਿਹੜਾ ਥਾਪਿਆ ਸੀ ਉਹ ਕਿਹਨੇ ਥਾਪਿਆ ਸੀ? ਦੀਪ ਦੇ ਕਹਿਣ 'ਤੇ ਸੀ ਜਾਂ ਤੁਸੀਂ ਸੀ? ਜੇ ਤਾਂ ਤੁਸੀਂ ਥਾਪਿਆ ਸੀ ਤਾਂ ਫਿਰ ਕੋਈ ਰੌਲਾ ਹੀ ਨਹੀਂ ਵੀ ਹਰਨੇਕ ਸਿੰਘ ਫੌਜੀ ਪ੍ਰਧਾਨ ਆ। ਜੇ ਦੀਪ ਨੇ ਬਣਾਇਆ ਸੀ ਪ੍ਰਧਾਨ, ਥਾਪਿਆ ਸੀ, ਠੀਕ ਹੈ, ਤਾਂ ਫਿਰ ਇਹਦਾ ਮਤਲਬ ਤੁਸੀਂ ਦੀਪ ਤੋਂ ਜ਼ਿਆਦਾ ਸਿਆਣੇ ਹੋ ਗਏ, ਜ਼ਿਆਦਾ ਉੱਚੇ ਹੋ ਗਏ। ਵਾਰਸ ਤਾਂ ਤੁਸੀਂ ਦੀਪ ਦੇ ਕਹਾਉਣੇ ਹੋ, ਪਰ ਦੀਪ ਦੀ ਸੋਚ 'ਤੇ ਨਹੀਂ ਤੁਸੀਂ ਚੱਲ ਸਕਦੇ। ਤੁਹਾਡੇ ਕੋਲੇ ਮੇਰੇ ਅੱਜ ਤੱਕ ਇੱਕ ਵੀ ਸਵਾਲ ਦਾ ਜਵਾਬ ਨਹੀਂ ਸੀਗਾ। ਔਰ ਸਭ ਤੋਂ ਵੱਡੀ ਗੱਲ, ਜਿੰਨੇ ਵੀ ਮੇਰੇ ਭਰਾ ਭੈਣ ਵੱਡੇ ਸਾਡੇ ਸਤਿਕਾਰਯੋਗ ਲਾਈਵ ਸੁਣ ਰਹੇ ਆ, ਇਹਨਾਂ ਨੂੰ ਇੱਕ ਗੱਲ ਜ਼ਰੂਰ ਪੁੱਛਿਓ ਕਿ ਦੀਪ ਪ੍ਰਧਾਨ ਬਣਾਉਣ ਦੇ ਹੱਕ 'ਚ ਸੀ? ਇਹਨਾਂ ਨੇ ਸਾਰਿਆਂ ਨੇ ਜਵਾਬ ਦੇਣਾ ਜੀ ਨਹੀਂ। ਦੀਪ ਤਾਂ ਪੰਚ ਪ੍ਰਧਾਨੀ ਦੀ ਗੱਲ ਕਰਦਾ ਸੀ। ਦੀਪ ਸਾਡੇ ਪੁਰਾਣੇ ਇਤਿਹਾਸ ਜਿਹੜਾ ਸਾਡਾ ਪੰਜ ਪਿਆਰਿਆਂ ਤੋਂ ਤੁਰਿਆ ਆ, ਸਾਡੀ ਪੰਚਾਇਤ ਤੋਂ ਪੰਚਾਇਤੀ ਤੋਂ ਤੁਰਿਆ ਆ, ਉਸ 'ਤੇ ਵਿਸ਼ਵਾਸ ਕਰਦਾ ਸੀ। ਕਿਉਂਕਿ ਮੇਰੀ ਖੁਦ ਇਸ ਵਿਸ਼ੇ 'ਤੇ ਗੱਲ ਹੋਈ। ਉਹ ਕਹਿੰਦੇ ਸੀ ਵੀ ਇੱਕ ਜਿਹੜਾ ਇਕੱਲਾ ਪ੍ਰਧਾਨ ਇਨਸਾਨ ਹੈ ਨਾ, ਉਹ ਕਦੇ ਵੀ ਥਿੜਕ ਸਕਦਾ ਜਾਂ ਗਲਤ ਹੋ ਸਕਦਾ, ਪਰ ਪੰਚ ਪ੍ਰਧਾਨੀ ਦੇ ਵਿੱਚ ਕਦੇ ਗਲਤ ਫੈਸਲਾ ਨਹੀਂ ਲਿਆ ਸਕਦਾ। ਔਰ ਇਹ ਸਾਨੂੰ ਸਾਡੇ ਜਿਹੜੀ ਇਤਿਹਾਸ 'ਚੋਂ ਇਹ ਚੀਜ਼ ਮਿਲੀ ਹੈ। ਔਰ ਦੀਪ ਦੇ ਜਾਣ ਨਾਲ ਤੁਸੀਂ ਪ੍ਰਧਾਨ ਕਿੱਦਾਂ ਲਾਤਾ? ਕੋਈ ਜਵਾਬ ਅੱਜ ਤਾਈਂ ਕਦੇ ਇਹਨਾਂ ਨੇ ਕੋਈ ਚੰਗੀ ਗੱਲ ਕੀਤੀ ਹੈ? ਬਿਲਕੁਲ ਨਹੀਂ। ਇਹ ਸਿਰਫ ਇੱਕੋ ਹੀ ਚੀਜ਼ ਕਰਦੇ ਆ ਜੀ, ਇੱਕ ਪੋਸਟ ਪਾਤੀ, ਉਹਨੂੰ ਸ਼ੇਅਰ ਕਰਤਾ ਜੀ, ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ। ਜੇ ਦੀਪ ਸਿੱਧੂ ਦੇ ਮਨ ਦੇ ਵਿੱਚ ਕੋਈ ਵੀ ਖੋਟ ਹੁੰਦੀ ਜਾਂ ਅਹੁਦੇ ਪ੍ਰਤੀ ਹੁੰਦਾ ਤਾਂ ਦੀਪ ਸਿੱਧੂ ਖੁਦ ਜਦ ਇਹ ਜਥੇਬੰਦੀ ਰਜਿਸਟਰਡ ਕਰਾਈ ਆ ਤਾਂ ਆਪਣਾ ਨਾਂ ਪੇਸ਼ ਕਰ ਸਕਦਾ ਸੀ, ਆਪਣੇ ਭਰਾ ਮਨਦੀਪ ਸਿੱਧੂ ਦਾ ਪੇਸ਼ ਕਰ ਸਕਦਾ ਸੀ, ਸਿਮਰ ਦਾ ਕਰ ਸਕਦਾ ਸੀਗਾ, ਕਿਸੇ ਵੀ ਰਿਸ਼ਤੇਦਾਰ ਦਾ ਕਰ ਸਕਦਾ ਸੀ, ਉਦੇ ਕਰਨ ਤੋਂ ਕਰ ਸਕਦਾ ਸੀ, ਸਾਡੇ 'ਚੋਂ ਕਰ ਸਕਦਾ ਸੀ, ਪਰ ਨਹੀਂ। ਉਹਨਾਂ ਨੇ ਹਰਨੇਕ ਸਿੰਘ ਫੌਜੀ ਨੂੰ ਹੀ ਕਿਉਂ ਤਰਜੀਹ ਦਿੱਤੀ? ਔਰ ਜਦ ਹਰਨੇਕ ਸਿੰਘ ਫੌਜੀ ਰਜਿਸਟਰਡ ਟਾਈਮ 'ਤੇ ਪ੍ਰਧਾਨ ਸੀ ਤਾਂ ਤੁਸੀਂ ਪ੍ਰਧਾਨ ਕਿੱਦਾਂ ਬਣ ਗਏ? ਅੱਜ ਤਾਈਂ ਇਸ ਗੱਲ ਦਾ ਜਵਾਬ ਤੁਸੀਂ ਕਿਉਂ ਨਹੀਂ ਦਿੱਤਾ? ਸਾਡਾ ਜਿਹੜਾ ਪੰਥ ਆ ਸੋਥੋਂ ਇਸ ਗੱਲ ਦਾ ਜਵਾਬ ਮੰਗਦਾ। ਤੁਸੀਂ ਹਰ ਰੋਜ਼ ਕਹਿ ਦਿੰਦੇ ਹੋ ਜੀ ਪੰਥ ਨੇ ਨਿਵਾਜਤਾ, ਅੰਮ੍ਰਿਤਪਾਲ ਨੂੰ ਜਿਹੜਾ ਪ੍ਰਧਾਨ ਆ ਪੰਥ ਨੇ ਲਾਉਂਦੇ ਆ। ਕਿਸ ਪੰਥ ਦੀ ਗੱਲ ਕਰਦੇ ਹੋ? ਕਲੱਬ ਹਾਊਸ 'ਚ ਪੰਥ ਜਿਸ ਦਿਨ ਅਸੀਂ ਮੁਹਾਲੀ ਵਿਖੇ ਦੀਪ ਸਿੱਧੂ ਦੀ ਜਿਹੜਾ ਆਪਣਾ ਸੋਚ ਸੀ, ਉਹਨਾਂ ਦਾ ਇੱਕ ਸੁਪਨਾ ਸੀ ਦਫ਼ਤਰ ਖੋਲ੍ਹਣ ਦਾ, ਉਸ ਦਿਨ ਤੁਹਾਡੇ ਸਾਹਮਣੇ ਸੀ, ਸਾਡੇ ਪੰਥ ਦੇ ਜੋ ਸ਼ਖਸੀਅਤਾਂ ਸੀ ਉਹ ਬੈਠੀਆਂ ਹੋਈਆਂ ਸੀ ਉੱਥੇ, ਔਰ ਤੁਸੀਂ ਤਾਂ ਉਸ ਦਾ ਵੀ ਵਿਰੋਧ ਕੀਤਾ ਜੀ। ਨਹੀਂ, ਦੀਪ ਤਾਂ ਦਫ਼ਤਰਾਂ ਦੀ ਜਾਂ ਕੋਠੀਆਂ ਦੀ ਗੱਲ ਨਹੀਂ ਕਰਦਾ ਸੀ। ਅਸੀਂ ਮੰਨ ਲੈਂਦੇ, ਪਰ ਦੀਪ ਸਿੱਧੂ ਦੀਆਂ ਉਹ ਲਾਈਵ ਵੀਡੀਓ ਪਈਆਂ, ਉਹ ਇੰਟਰਵਿਊਆਂ ਪਈਆਂ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਸੀਗਾ ਜੀ ਮੇਰਾ ਸੁਪਨਾ ਇੱਕ ਸਾਡਾ ਦਫ਼ਤਰ ਹੋਵੇ ਮੁਹਾਲੀ ਵਿੱਚ। ਤੁਸੀਂ ਤਾਂ ਉਸ ਚੀਜ਼ ਦਾ ਵੀ ਵਿਰੋਧ ਕੀਤਾ। ਔਰ ਗੁਰਮੀਤ ਸਿੰਘ ਬੁੱਕਣ ਵਾਲੀ ਬਾਈ ਨੂੰ ਮੈਂ ਇੱਕ ਗੱਲ ਦਾ ਅੱਜ ਸਵਾਲ ਕਰਦਾ, ਜਵਾਬ ਤਾਂ ਤੁਹਾਡੇ ਤੋਂ ਦਿੱਤਾ ਨਹੀਂ ਜਾਣਾ, ਠੀਕ ਹੈ? ਤੁਸੀਂ ਇੱਕ ਪੋਸਟ ਪਾਈ ਸੀਗੀ ਕਿ ਜੀ ਪੰਥ ਦੀ ਗੱਲ ਕਰਨ ਦੀ ਬਜਾਏ ਫਿਲਮ ਦੀ ਪ੍ਰਮੋਸ਼ਨ ਹੋ ਰਹੀ ਹੈ। ਸ਼ਾਇਦ ਤੁਸੀਂ ਦੀਪ ਦੇ ਨੇੜੇ ਨਹੀਂ ਸੀ। ਜੇ ਤੁਸੀਂ ਦੀਪ ਦੇ ਨੇੜੇ ਹੁੰਦੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਜੋ ਸਾਡੇ ਵਾਲੇ ਫਿਲਮ ਆ ਉਹ ਦੀਪ ਸਿੱਧੂ ਦਾ ਡਰੀਮ ਪ੍ਰੋਜੈਕਟ ਸੀ। ਸਾਰੀਆਂ ਫਿਲਮਾਂ ਦੇ ਵਿੱਚੋਂ ਨੇੜੇ ਦੀ ਫਿਲਮ ਸੀ ਉਹਨਾਂ ਦੇ ਦਿਲ ਦੇ। ਉਹਦਾ ਕਾਰਨ ਕੀ ਸੀ? ਉਹ ਦੀਪ ਸਿੱਧੂ ਨੇ ਉੱਥੇ ਬਣਾਈ ਸੀ ਜਿੱਥੇ ਉਹਨੇ ਆਪਣਾ ਬਚਪਨ ਬਤੀਤ ਕੀਤਾ, ਜਿੱਥੇ ਉਹ ਪੜ੍ਹਿਆ, ਜਿੱਥੇ ਉਹ ਖੇਡਿਆ, ਉਹਨਾਂ ਗਰਾਊਂਡਾਂ ਦੇ ਵਿੱਚ ਜਾ ਕੇ ਉਹ ਫਿਲਮ ਬਣੀ ਸੀ। ਔਰ ਤੁਸੀਂ ਉਸ ਦਾ ਵੀ ਵਿਰੋਧ ਕੀਤਾ। ਇਸ ਦਾ ਮਤਲਬ ਤੁਹਾਨੂੰ ਦੀਪ ਸਿੱਧੂ ਦੀ ਸੋਚ ਤੱਕ ਕੋਈ ਮਤਲਬ ਨਹੀਂ ਸੀ। ਤੁਸੀਂ ਆਪਣੇ ਆਪ ਨੂੰ ਫੇਮਸ ਕਰਨਾ ਲੋਕਾਂ ਦੇ ਵਿੱਚ ਵੀ, ਹਾਂ ਜੀ ਅਸੀਂ ਪ੍ਰਧਾਨ ਹਾਂ। ਔਰ ਹਰ ਥਾਂ 'ਤੇ ਤੁਸੀਂ ਪਰਿਵਾਰ ਨੂੰ ਟਾਰਗੇਟ ਕੀਤਾ। ਇੱਥੋਂ ਤੱਕ ਕਿ ਜਦ ਤੁਸੀਂ ਅੰਮ੍ਰਿਤਪਾਲ ਨੂੰ ਪ੍ਰਧਾਨ ਐਲਾਨਿਆ, ਤੁਸੀਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ 19, ਜੇ ਦੀਪ 19 ਸੀ ਤਾਂ ਅੰਮ੍ਰਿਤਪਾਲ ਵੀ 21 ਤੋਂ ਘੱਟ ਨਹੀਂ ਹੈ। ਠੀਕ ਹੈ, ਅੰਮ੍ਰਿਤਪਾਲ ਜ਼ਿਆਦਾ ਸਿਆਣਾ ਹੋਊਗਾ, ਜ਼ਿਆਦਾ ਸਮਝਦਾਰ ਹੋਊਗਾ, ਪਰ ਉਹ ਦੀਪ ਨਹੀਂ ਹੈ, ਕਿਉਂਕਿ ਦੀਪ ਇੱਕੋ ਹੀ ਸੀ, ਉਹ ਦੀਪ ਹੀ ਸੀ। ਔਰ ਉਸਨੇ ਸਾਡੀ ਕੌਮ ਨੂੰ ਹਿਲਾਉਣਿਆ ਸੀ। ਇਸੇ ਲਈ ਸਾਡੇ ਅੱਜ ਨੌਜਵਾਨ, ਸਾਡੇ ਬਜ਼ੁਰਗ, ਮਾਤਾਵਾਂ, ਭੈਣਾਂ ਅੱਜ ਵੀ ਦੀਪ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਆ, ਰੋ ਪੈਂਦੇ ਆ।
ਔਰ ਸਭ ਤੋਂ ਵੱਡੀ ਗੱਲ, ਮੈਂ ਸੰਗਤ ਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ, ਅਸੀਂ ਅੱਜ ਤਾਈਂ ਕਦੇ ਬੋਲਣਾ ਨਹੀਂ ਸੀ। ਜਿਸ ਦਿਨ ਮਾਮਾ ਦੀਪ ਸਿੰਘ ਸਿੱਧੂ ਸ਼ਹੀਦ ਹੁੰਦੇ ਆ ਅਤੇ ਸੋਨੀਪਤ ਹੌਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਦੇਹ ਪਈ ਸੀ, ਇਹਨਾਂ ਨੇ ਉਸੇ ਦਿਨ ਹੀ ਉੱਥੇ ਆਪਣੀ ਰਾਜਨੀਤੀ ਸ਼ੁਰੂ ਕਰਤੀ ਸੀ। ਇਹ ਕਹਿੰਦੇ ਸੀ ਜੀ ਅਸੀਂ ਉਦੇ ਕਰਨ ਸੰਸਕਾਰ ਕਰਨਾ, ਔਰ ਇੱਥੋਂ ਤੱਕ ਸਾਡੇ ਸਾਹਮਣੇ ਗੱਲਾਂ ਕੀਤੀਆਂ ਕਿ ਜੀ ਆਪਣਾ ਕਿਹੜਾ ਪ੍ਰਧਾਨ ਆ ਜਾਂ ਕਿਹੜਾ ਆਗੂ ਆ ਉਹ ਗੱਲ ਕਰੇ ਇਹਨਾਂ ਨਾਲ ਵੀ ਅਸੀਂ ਉਦੇ ਕਰਨ ਜਾ ਕੇ ਸੰਸਕਾਰ ਕਰਨਾ, ਇਹ ਤਾਂ ਕੌਮ ਦਾ, ਅਸੀਂ ਵੀ ਮੰਨਦੇ ਹਾਂ ਕੌਮ ਦਾ, ਕੌਮ ਨੇ ਸਤਿਕਾਰ ਦਿੱਤਾ ਸੀ, ਪੰਥ ਨੇ ਦੀਪ ਨੂੰ ਸਤਿਕਾਰ ਦਿੱਤਾ ਸੀਗਾ। ਪਰ ਉਸ ਟਾਈਮ 'ਤੇ ਹਾਲਾਤ ਕਿੱਦਾਂ ਦੇ ਸੀ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ ਜੋ ਤੁਸੀਂ ਉੱਥੇ ਕੀਤਾ। ਉਹ ਕੌਣ ਨੇ ਸੰਗਤ ਨੂੰ ਉਹ ਵੀ ਪਤਾ, ਤੁਹਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਸੀ ਵੀ ਹਾਲਾਤ ਕਿੱਦਾਂ ਦੇ ਸੀ ਔਰ ਤੁਸੀਂ ਉੱਥੇ ਰਾਜਨੀਤੀ ਕਰ ਰਹੇ ਸੀ। ਫਿਰ ਉਸ ਤੋਂ ਬਾਅਦ ਤੁਹਾਡੀ ਦੂਸਰੇ ਦਿਨ ਕਲੱਬ ਹਾਊਸ 'ਤੇ ਮੀਟਿੰਗ ਹੁੰਦੀ ਹੈ ਕਿ ਸਾਨੂੰ ਪ੍ਰਧਾਨ ਦੇਣਾ ਪੈਣਾ, ਨਹੀਂ ਤਾਂ ਸਾਡੇ ਹੱਥੋਂ ਸਭ ਕੁਝ ਖੁੱਸ ਜਾਣਾ। ਰੱਬ ਨੂੰ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੱਸਿਓ ਇਹ ਮੀਟਿੰਗਾਂ ਤੁਹਾਡੀਆਂ ਹੋਈਆਂ ਜਾਂ ਨਹੀਂ ਹੋਈਆਂ। ਤੁਸੀਂ ਮੀਟਿੰਗ ਕੀਤੀ ਵੀ ਸਾਨੂੰ ਪ੍ਰਧਾਨ ਐਲਾਨਣਾ ਪੈਣਾ, ਨਹੀਂ ਸਾਥੋਂ ਜਥੇਬੰਦੀ ਖੁੱਸ ਜਾਣੀ। ਔਰ ਤੁਹਾਨੂੰ ਐਡੀ ਕੀ ਕਾਹਲੀ ਪੈ ਗਈ ਸੀ ਕਿ ਤੁਸੀਂ ਦੂਸਰੇ ਤੀਸਰੇ ਦਿਨ ਹੀ ਇਹ ਜਿਹੜੀਆਂ ਸਾਰੀਆਂ ਸਾਜ਼ਿਸ਼ਾਂ ਘੜਨੀਆਂ ਸਟਾਰਟ ਕਰਤੀਆਂ। ਔਰ ਦੀਪ ਸਿੱਧੂ ਮਾਮਾ ਜੀ ਦੇ ਭੋਗ 'ਤੇ ਜੋ ਤੁਸੀਂ ਸਾਜ਼ਿਸ਼ਾਂ ਰਚੀਆਂ, ਜੋ ਤੁਸੀਂ ਉੱਥੇ ਕਿਊ ਕੋਡ ਲਾਏ ਜੀ ਮੈਂਬਰ ਬਣੋ, ਸਾਡੇ ਕੌਮ ਦਾ ਹੀਰਾ, ਸਾਡੇ ਪੰਥ ਦਾ ਯੋਧਾ ਹਜੇ ਜਾ ਰਿਹਾ ਸੀਗਾ, ਔਰ ਤੁਹਾਨੂੰ ਬਣੀ ਹੋਈ ਸੀ ਪ੍ਰਧਾਨ ਬਣਨ ਦੀ। ਸ਼ਰਮ ਦਾ ਘਾਟਾ ਯਾਰ, ਸਾਡੇ ਪੰਜਾਬ ਦਾ ਨਹੀਂ, ਸਾਡੀ ਦੁਨੀਆ ਦੇ ਵਿੱਚ ਜੋ ਸਾਡੇ ਸਿੱਖ ਬੈਠੇ ਆ ਉਹਨਾਂ ਦਾ ਸਿਰਮੌਰ ਲੀਡਰ, ਜਿਨ੍ਹਾਂ ਨੂੰ ਸਾਡੇ ਸਿੱਖ ਨੌਜਵਾਨ ਹੋਵੇ ਜਾਂ ਕੋਈ ਵੀ, ਉਹਨਾਂ ਨੇ ਉਸ ਨੂੰ ਅਪਣਾ ਲਿਆ ਸੀਗਾ। ਉਹ ਉਸ ਟਾਈਮ 'ਤੇ ਵੀ ਤੁਸੀਂ ਭੋਗ 'ਤੇ ਵੀ ਰਾਜਨੀਤੀ ਕੀਤੀ, ਉਹ ਸਭ ਨੂੰ ਪਤਾ। ਕੀ ਨਹੀਂ ਕੀਤਾ ਤੁਸੀਂ? ਔਰ ਤੁਸੀਂ ਆਨੇ ਹੋ ਵੀ ਅਸੀਂ ਵਾਰਸਾਂ ਦੀਪ ਦੇ ਵਾਰਸ ਇੱਦਾਂ ਦੇ ਨਹੀਂ ਹੋ ਸਕਦੇ। ਤੁਸੀਂ ਤਾਂ ਭੋਗ ਨੂੰ ਵੀ ਉਸ ਦਿਨ ਕੀ ਬਣਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਫਿਰ ਵੀ ਚੁੱਪ ਰਹੇ। ਕਿੱਥੇ ਨਹੀਂ ਤੁਸੀਂ ਵਾਅਦੇ ਕੀਤੇ, ਔਰ ਗੱਲ ਕਰਦੇ ਹੋ ਤੁਸੀਂ ਵੀ ਅਸੀਂ ਵਾਰਸ ਹਾਂ। ਜਿਹੜਾ ਤੁਸੀਂ ਰੋਜ਼ ਕਹਿੰਦੇ ਹੋ ਨਾ ਵੀ ਅਸੀਂ ਕਲੀਅਰ ਕਰਾਂਗੇ, ਤੁਸੀਂ ਕਲੀਅਰ ਕਰੋ। ਤੁਸੀਂ ਜੋ ਰਜਿਸਟ੍ਰੇਸ਼ਨ ਹੋਈ ਆ ਨਾ ਜਥੇਬੰਦੀ ਦੀ, ਉਹ ਕਾਗਜ਼ ਜਿਹੜੀ ਸਾਡੇ ਰੋਜ਼ ਸਾਨੂੰ ਸਾਡੇ ਭਰਾ ਸਵਾਲ ਕਰਦੇ ਆ, ਉਹਨਾਂ ਮੂਹਰੇ ਰੱਖੋ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਪ ਹੀ ਹੋ ਜਾਣਾ। ਇਹ ਰੋਜ਼ ਆ ਕੇ ਤੁਸੀਂ ਕਮੈਂਟਾਂ ਦੇ ਵਿੱਚ ਕਦੇ ਕਿਸੇ ਦਾ ਵਿਰੋਧ ਕਰਦੇ ਹੋ, ਕਦੇ ਕਿਸੇ ਦਾ ਵਿਰੋਧ ਕਰਦੇ ਹੋ, ਇਹ ਕਰਨ ਦੀ ਲੋੜ ਨਹੀਂ। ਔਰ ਨਾ ਸਾਡਾ ਜਿਹੜਾ ਪੰਥ ਆ, ਸਾਡੇ ਲੋਕ ਆ, ਉਹ ਇੰਨੇ ਬੇਵਕੂਫ ਅਤੇ ਅਨਪੜ੍ਹ ਨੇ। ਪੰਜਾਬ ਦੀ ਗੱਲ ਕਰਨ ਲਈ ਪੰਜਾਬ ਦੀ ਧਰਤੀ 'ਤੇ ਆਉਣਾ ਪੈਣਾ, ਵਰਕ ਕਰਨਾ ਪੈਣਾ। ਦੀਪ ਨੇ ਉਹੀ ਕੀਤਾ ਸੀਗਾ। ਤੁਸੀਂ ਸਿਰਫ ਜੈਲਸੀ ਕਰ ਸਕਦੇ ਹੋ, ਤੁਸੀਂ ਸਿਰਫ ਵਿਰੋਧ ਕਰ ਸਕਦੇ ਹੋ। ਤੁਸੀਂ ਦੀਪ ਸਿੱਧੂ ਦੀ ਸੋਚ 'ਤੇ ਨਹੀਂ ਚੱਲ ਰਹੇ, ਤੁਸੀਂ ਦੀਪ ਸਿੱਧੂ ਦੀ ਸੋਚ ਨੂੰ ਲੋਕਾਂ ਸਾਹਮਣੇ ਗਲਤ ਸਾਬਤ ਕਰਨ 'ਤੇ ਲੱਗੇ ਹੋਏ ਹੋ। ਜਿਹੜੀ ਗੱਲ ਤੁਸੀਂ ਦਲ ਖਾਲਸਾ ਵਾਲੀ ਕੀਤੀ ਹੈ ਨਾ, ਠੀਕ ਹੈ, ਕਿਸੇ ਟਾਈਮ 'ਤੇ ਵਿਚਾਰ ਮਤਭੇਦ ਰਹੇ ਹੋਣਗੇ, ਫਿਰ ਉਹ ਤਾਂ ਜਿਹੜੀ ਬਾਣ ਸਾਹਿਬ ਹੈਗੇ ਆ ਸਾਡੇ ਸਤਿਕਾਰਯੋਗ ਨੇ, ਉਹਨਾਂ ਨਾਲ ਵੀ ਰਹੇ ਸੀ। ਕਿਉਂਕਿ ਜਦੋਂ ਸ਼ੰਭੂ ਮੋਰਚਾ ਲੱਗਿਆ ਸੀਗਾ ਤਾਂ ਉਸ ਟਾਈਮ 'ਤੇ ਕਾਹਨ ਸਿੰਘ ਵਾਲੇ ਨੇ ਵੀ ਕਾਫੀ ਵਿਰੋਧ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀ ਨਾ ਵੀ ਤੁਹਾਡੀਆਂ ਤਾਂ ਲੱਤਾਂ ਨਹੀਂ ਭਾਰ ਝੱਲਦੀਆਂ, ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ। ਉਹ ਇੱਕ ਵਿਚਾਰ ਮਤਭੇਦ ਸੀ, ਔਰ ਬਾਅਦ 'ਚ ਦੂਰ ਵੀ ਹੋਏ, ਕਿਉਂਕਿ ਦੀਪ ਸਿੱਧੂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਬਹੁਤ ਸਤਿਕਾਰ ਕਰਦਾ ਸੀਗਾ। ਤਾਂ ਉਸੇ ਤਰ੍ਹਾਂ ਦਲ ਖਾਲਸਾ ਨਾਲ ਵੀ ਵਿਚਾਰਕ ਮਤਭੇਦ ਸੀ। ਔਰ ਦੀਪ ਸਿੱਧੂ 2 ਵਾਰੀ ਖੁਦ ਦਫ਼ਤਰ ਗਿਆ, ਔਰ ਆਖਰ ਤੱਕ ਮਾਮਾ ਜੀ ਨੇ ਸਿਰਫ ਇੱਕੋ ਗੱਲ 'ਤੇ ਪਹਿਰਾ ਦਿੱਤਾ ਕਿ ਸਾਨੂੰ ਇੱਕੋ ਨਿਸ਼ਾਨ ਸਾਹਿਬ ਥੱਲੇ ਜਦ ਤੱਕ ਅਸੀਂ ਸਾਡੀਆਂ ਸਿਰਮੌਰ ਜਥੇਬੰਦੀਆਂ, ਸਾਡੀਆਂ ਸਿੱਖ ਪਾਰਟੀਆਂ ਜਾਂ ਜਿੰਨੇ ਵੀ ਸਾਡੇ ਆਗੂ ਨੇ, ਉਹ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੁੰਦੇ, ਸਾਡੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਸਾਨੂੰ ਜੋ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ ਉਹ ਸਾਨੂੰ ਮਿਲ ਨਹੀਂ ਸਕਦੇ। ਔਰ ਸਾਡੇ ਇੱਥੇ ਜਥੇਬੰਦੀ ਦੇ ਜਿਹੜੇ ਸਾਡੇ ਪ੍ਰਧਾਨ ਅਮਰਤਪਾਲ ਸਿੰਘ, ਉਹ ਪੋਸਟਾਂ 'ਤੇ ਪੋਸਟਾਂ ਪਾ ਰਹੇ ਆ ਜੀ ਅਸੀਂ ਤਾਂ ਦਲ ਖਾਲਸਾ ਜੀ। ਦਲ ਖਾਲਸਾ ਇੱਕ ਸਤਿਕਾਰਯੋਗ ਜਥੇਬੰਦੀ ਹੈ। ਹੋ ਸਕਦਾ ਤੁਹਾਡੇ ਕਿਸੇ ਨਾਲ ਮਤਭੇਦ ਹੋਣਗੇ, ਜੇ ਕਿਸੇ ਇੱਕ ਬੰਦੇ ਨਾਲ ਮਤਭੇਦ ਸੀ ਤਾਂ ਤੁਸੀਂ ਪੂਰੀ ਜਥੇਬੰਦੀ ਨੂੰ ਗਲਤ ਨਹੀਂ ਸਾਬਤ ਕਰ ਸਕਦੇ, ਜਾਂ ਫਿਰ ਤੁਹਾਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਵੀ ਤੁਸੀਂ ਕਿਸੇ ਦਾ ਬਾਏ ਨੇਮ ਨਾਂ ਲੈਣ ਦੀ ਬਜਾਏ ਤੁਸੀਂ ਉਸ ਪੂਰੀ ਜਥੇਬੰਦੀ ਨੂੰ ਟਾਰਗੇਟ ਕੀਤਾ।
ਹੁਣ ਜੋ ਵੀ ਸੱਚਾਈ ਆ ਤੁਹਾਡੇ ਸਾਹਮਣੇ ਆ ਵੀ ਪ੍ਰਧਾਨ ਕਿੱਦਾਂ ਐਲਾਨੇ ਜਾਂਦੇ ਆ, ਕਿੱਦਾਂ ਲਾਏ ਜਾਂਦੇ ਆ, ਉਹ ਸਭ ਨੂੰ ਪਤਾ। ਪਰ ਇਹ ਆਪੇ ਬਣੇ ਪ੍ਰਧਾਨ ਕਿੱਦਾਂ ਪ੍ਰਧਾਨ ਬਣ ਕੇ ਸਾਨੂੰ ਅੱਜ ਤਾਈਂ ਨਹੀਂ ਪਤਾ ਲੱਗਿਆ, ਕਿਉਂਕਿ ਪਰਿਵਾਰ ਸ਼ੋਕ ਸੀ, ਉਸ ਬਹੁਤ ਵੱਡਾ ਦੁੱਖ ਸੀਗਾ, ਬਹੁਤ ਜ਼ਿਆਦਾ ਵੱਡਾ, ਸਭ ਨੂੰ ਪਤਾ। ਕਿਉਂਕਿ ਜੋ ਲੁਧਿਆਣੇ ਵਾਲਾ ਪਰਿਵਾਰ ਆ, ਉੱਥੇ ਵੀ ਜੋ ਸਾਰਾ ਵਰਕ ਸੀ, ਚਾਹੇ ਘਰ ਦਾ ਸੀ ਚਾਹੇ ਬਾਹਰ ਦਾ ਸੀ, ਉਹ ਸਾਰਾ ਮਾਮਾ ਦੀਪ ਸਿੰਘ ਸਿੱਧੂ ਦੇਖਦੇ ਸੀਗੇ। ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ, ਔਰ ਇਹਨਾਂ ਨੇ ਉਸ ਟਾਈਮ 'ਤੇ ਸਾਜ਼ਿਸ਼ਾਂ ਘੜਨੀਆਂ ਸਟਾਰਟ ਕਰਤੀਆਂ ਸੀਗੀਆਂ। ਤਾਂ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਕਿ ਜਿਹੜੇ ਸਾਡੇ ਪੰਥ ਦੇ ਸੂਝਵਾਨ ਜਿਹੜੇ ਸਾਡੇ ਲੀਡਰ ਨੇ ਜਾਂ ਲੋਕ ਨੇ, ਉਹਨਾਂ ਨੂੰ ਇਸ ਚੀਜ਼ ਦਾ ਦੇਖਣਾ ਪੈਣਾ, ਇਹ ਚੀਜ਼ ਵੀ ਕੌਣ ਅਸਲੀ ਹੈ ਅਤੇ ਕੌਣ ਨਕਲੀ ਹੈ। ਉਹ ਤੁਹਾਡੇ ਸਾਹਮਣੇ ਆ, ਜੋ ਵੀ ਗੱਲਾਂ ਹੈਗੀਆਂ ਮੈਂ ਦੱਸਦੀਆਂ ਕਿ ਕਿੱਦਾਂ ਪ੍ਰਧਾਨ ਬਣੇ। ਇਹ ਗਰੋਹ ਆ, ਮੈਂ ਤਾਂ ਮੂੰਹ 'ਤੇ ਕਹਿਣਾ ਇਹ ਗਰੋਹ ਆ, ਠੀਕ ਹੈ। ਇਹ ਜਾਲੀਆਂ ਆਈਡੀਆਂ ਬਣਾ ਸਾਨੂੰ ਟਾਰਗੇਟ ਕਰਦੇ ਆ। ਅੱਜ ਮੇਰੀ ਸੁਬਾਹ ਮੇਰੀ ਆਈਡੀ ਕਿਸੇ ਨੇ ਹੈਕ ਕਰ ਲਈ ਸੀ, ਉਹ ਬੰਦ ਹੋ ਗਈ, ਔਰ ਮੈਂ ਇੰਸਟਾਗ੍ਰਾਮ ਤੋਂ ਜਾ ਕੇ ਇੱਕ ਪੋਸਟ ਪਾ ਦਿੱਤੀ ਕਿ ਮੇਰੀ ਆਈਡੀ ਹੈ ਜਿਹੜੀ ਉਹ ਬੰਦ ਹੋ ਗਈ ਹੈ, ਹੈਕ ਹੋ ਗਈ ਹੈ, ਚੱਲ ਨਹੀਂ ਰਹੀ। ਵੀ ਕਈ ਵਾਰ ਜੇ ਕੋਈ ਮੇਰੀ ਆਈਡੀ ਤੋਂ ਜੋ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਸੇ ਤੋਂ ਪੈਸੇ ਮੰਗਦਾ ਜਾਂ ਕੋਈ ਗਲਤ ਪੋਸਟ ਪਾਉਂਦਾ, ਤਾਂ ਉਹਦੀ ਜ਼ਿੰਮੇਵਾਰੀ ਮੇਰੀ ਨਹੀਂ ਹੈ। ਤਾਂ ਫਿਰ ਕੁਛ ਜਿਹੜੀਆਂ ਇੱਕ ਰਜਿੰਦਰ ਟਾਊਟ ਕਰਕੇ ਇੱਕ ਆਈਡੀ ਹੈ, ਉਹਨੇ ਪੋਸਟ ਪਾਈ ਹੋਈ ਹੈ, ਮੈਨੂੰ ਪਤਾ ਉਹ ਕਿਹਦੀ ਹੈ। ਔਰ ਉਹ ਬੰਦਾ ਜਦੋਂ ਉਹਦੇ ਆਪਣੇ 'ਤੇ ਗੱਲ ਆਉਂਦੀ ਹੈ ਨਾ, ਫਿਰ ਉਹ ਭੱਜਦਾ। ਤੈਨੂੰ ਵੀ ਪਤਾ ਮੈਂ ਕਿਹਦਾ ਨਾਂ ਲੈ ਰਿਹਾ, ਤੂੰ ਵੀ ਦੇਖੇਂਗਾ ਇਹ ਤੋਂ ਬਾਅਦ, ਮੈਨੂੰ ਪਤਾ ਨਾ। ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਪਰ ਉੱਥੇ ਮੇਰਾ ਦੱਸਣਾ ਫਰਜ਼ ਸੀ, ਕਿਉਂਕਿ ਜੇ ਕੁਛ ਗਲਤ ਪੋਸਟ ਪੈ ਜਾਂਦੀ ਜਾਂ ਕੁਛ ਗਲਤ ਅੱਗੇ ਚਲਾ ਜਾਂਦਾ, ਤਾਂ ਫਿਰ ਆ ਕੇ ਇਹੀ ਹੋਣਾ ਸੀ ਕਿ ਇਹ ਜਾਣਬੁੱਝ ਕੇ ਕਰ ਰਹੇ ਆ। ਜਿੱਦਾਂ ਤੁਸੀਂ ਬਾਅਦ ਦੇ ਵਿੱਚ ਉਹ ਸਕਰੀਨਸ਼ਾਟ ਲੈ ਕੇ ਪਾਏ ਕਿ ਜੇ ਇਹਦਾ ਪੈਸੇ ਇਕੱਠੇ ਕਰਨ ਦਾ ਇੱਕ ਢੰਗ ਆ। ਅਸੀਂ ਦਸਾਂ ਨੌਂ ਦੀ ਕਮਾਈ ਕਰਕੇ ਕਮਾਉਣ ਵਾਲੇ ਪਰਿਵਾਰ ਆ, ਤੁਹਾਡੇ ਵਾਂਗੂ ਨਹੀਂ ਕਿ ਕਦੇ ਕਿਸ ਬਹਾਨੇ ਅਤੇ ਕਦੇ ਕਿਸ ਬਹਾਨੇ ਪੈਸੇ ਤੁਸੀਂ ਬਾਹਰੋਂ ਮੰਗਵਾਉਂਦੇ ਹੋ। ਪਹਿਲੇ ਦਿਨ ਹੀ ਅਸੀਂ ਸਟਾਰਟਿੰਗ ਦੇ ਵਿੱਚ ਹੀ ਇੱਕ ਵੀਡੀਓ ਪਾਈ ਸੀਗੀ ਪਰਿਵਾਰ ਵੱਲੋਂ ਕਿ ਦੀਪ ਦੇ ਨਾਂ 'ਤੇ ਕਿਸੇ ਨੂੰ ਵੀ ਪੈਸੇ ਨਾ ਭੇਜੇ ਜਾਣ, ਔਰ ਤੁਹਾਡੀਆਂ ਉਹ ਹੱਟੀਆਂ ਬੰਦ ਹੋਣ ਲੱਗੀਆਂ। ਇਸੇ ਲਈ ਤੁਹਾਨੂੰ ਦਰਦ ਹੋ ਰਿਹਾ, ਰੋਜ਼ ਪੀੜ ਲੱਗਦੀ ਹੈ ਤੁਹਾਨੂੰ ਕਿ ਸਾਡੀਆਂ ਜਿਹੜੀਆਂ ਹੱਟੀਆਂ ਦੀਪ ਦੇ ਨਾਂ 'ਤੇ ਚੱਲ ਰਹੀਆਂ ਸੀ, ਉਹ ਬੰਦ ਹੋ ਜਾਣਗੀਆਂ। ਬਾਈ ਬਹੁਤ ਸਾਰੇ ਨੇ, ਬਾਈ ਗੁਰਭੇਜ ਸਿੰਘ ਸਰਪੰਚ ਮੈਨੂੰ ਦੇਖ ਰਹੇ ਹੈ ਨਾ, ਬਾਈ ਰਾਮ ਬਰਾੜ ਜੋ ਸ਼ੰਭੂ ਮੋਰਚੇ 'ਤੇ ਰਹੇ ਆ, ਉਹਨਾਂ ਨੂੰ ਪਤਾ ਕਿ ਇਹ ਜਿਹੜੇ ਹੁਣ ਆਪੇ ਬਣੇ ਪ੍ਰਧਾਨ ਆ ਜਾਂ ਜਿਹੜੇ ਆਪਦੇ ਆਪ ਨੂੰ ਵੱਡੇ ਅਹੁਦੇਦਾਰ ਬੜਾ ਕਹਿੰਦੇ ਆ ਵੀ ਦੀਪ ਸਾਡੇ ਨੇੜੇ ਸੀ, ਇਹ ਬਾਈ ਵੀ ਦੱਸ ਦੇਣਗੇ ਕਦੇ, ਠੀਕ ਹੈ, ਕਿ ਇਹ ਲੋਕ ਕਿੰਨੇ ਵਾਰੀ, ਇਹ ਖੁਦ ਹੀ ਦੱਸ ਦੇਣ ਕਿੰਨੇ ਵਾਰੀ ਸ਼ੰਭੂ ਗਏ ਸੀ ਜਾਂ ਦਿੱਲੀ ਮੋਰਚੇ 'ਤੇ ਕਿੰਨੇ ਵਾਰ ਗਏ। ਸੰਗਤ ਨੂੰ ਬੇਵਕੂਫ ਬਣਾਉਣਾ ਛੱਡੋ। ਸਭ ਨੂੰ ਪਤਾ ਕਿ ਕੌਣ ਸੱਚਾ ਕੌਣ ਝੂਠਾ। ਅਸੀਂ ਤੁਹਾਡੇ ਵਾਂਗੂ ਰੋਜ਼ ਲਾਈਵ ਨਾ ਖੇਡ ਸਕਦੇ ਹਾਂ, ਨਾ ਖੇਡਣਾ। ਅਸੀਂ ਸੰਗਤ ਮੂਹਰੇ ਸੱਚਾਈ ਰੱਖਤੀ ਹੈ ਕਿ ਜੋ ਵਾਰਸ ਪੰਜਾਬ ਜਥੇਬੰਦੀ ਦਾ ਪ੍ਰਧਾਨ ਰਜਿਸਟਰਡ ਲਈ ਪ੍ਰਧਾਨ ਬਣਾਇਆ ਸੀ, ਤਾਂ ਉਹ ਹਰਨੇਕ ਸਿੰਘ ਫੌਜੀ ਸੀ। ਔਰ ਮੇਰੀ ਗੱਲ ਵੀ ਹੋਈ ਹੈ ਇਹਨਾਂ ਨਾਲ। ਇੱਕ ਹੋਰ ਗੱਲ ਦੱਸਣੀ ਜ਼ਰੂਰੀ, ਮੇਰੀ ਗੱਲ ਹੋਈ ਹੈ ਗੁਰਮੀਤ ਸਿੰਘ ਬੁੱਕਣ ਸਿੰਘ ਵਾਲੇ ਨਾਲ ਹੋਈ ਸੀ ਵੀ ਬਾਈ ਜੀ ਅੰਮ੍ਰਿਤਪਾਲ ਤਾਂ ਦੁਬਈ ਬੈਠਾ, ਕਿੱਦਾਂ ਵਰਕ ਕਰੂਗਾ। ਕਹਿੰਦੇ ਬਾਈ ਆ ਜੂਗਾ। ਮੈਂ ਕਿਹਾ ਬਾਈ ਭੋਗ 'ਤੇ ਵੀ ਆਉਣਾ ਜ਼ਰੂਰੀ ਸੀ, ਪਰਿਵਾਰ ਨੂੰ ਵੀ ਮਿਲਣਾ ਜ਼ਰੂਰੀ ਸੀ। ਬਾਈ ਕਹਿੰਦੇ ਉਹਦਾ ਬਿਜ਼ਨਸ ਆ, ਉੱਥੇ ਬਿਜ਼ਨਸ ਛੱਡ ਕੇ ਨਹੀਂ ਆ ਸਕਦੇ ਹੁੰਦੇ, ਐਂ ਕਹਿੰਦਾ ਬਿਜ਼ਨਸ ਸਮੇਟੇ ਨਹੀਂ ਜਾਂਦੇ ਹੁੰਦੇ ਇੱਕੋ ਟਾਈਮ 'ਤੇ। ਤਾਂ ਮੈਂ ਫਿਰ ਕਿਹਾ, ਮੈਂ ਕਿਹਾ ਮਾਮਾ ਦੀਪ ਸਿੱਧੂ ਵੀ ਤਾਂ ਛੱਡ ਕੇ ਆਇਆ ਸੀ। ਕਹਿੰਦੇ ਯਾਰ ਬਿਜ਼ਨਸ ਆ ਉੱਥੇ ਉਹਦਾ, ਐਂ ਨਹੀਂ ਆਇਆ ਜਾਂਦਾ। ਇੱਥੇ ਜੇ ਕੱਲ੍ਹ ਨੂੰ ਨਾ ਮਤਲਬ ਪ੍ਰਧਾਨ ਬਣਾਇਆ ਫਿਰ, ਤਾਂ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ, ਇਹਦਾ ਮਤਲਬ ਫਿਰ ਤੁਸੀਂ ਬਿਜ਼ਨਸ ਕਰਨ ਲਈ ਆ ਰਹੇ ਹੋ। ਹੁਣ ਇਸ ਚੀਜ਼ ਦਾ ਤੁਸੀਂ ਆਪ ਸਿੱਟਾ ਕੱਢ ਸਕਦੇ ਹੋ ਕਿ ਇਹਨਾਂ ਦੀ ਸੋਚ ਕਿੱਥੋਂ ਤੱਕ ਹੈ। ਔਰ ਇਹ ਗੱਲ ਲਈ ਜਿੱਦਾਂ ਜੋ ਮੈਂ ਬੋਲਿਆ, ਜੇ ਇਹਦੇ 'ਚ 1% ਵੀ ਝੂਠ ਹੋਵੇ, ਜਿਸ ਦਿਨ ਮਰਜ਼ੀ ਮੈਨੂੰ ਅਕਾਲ ਤਖ਼ਤ ਸਾਹਿਬ 'ਤੇ ਜਾਂ ਜਿੱਥੇ ਵੀ ਇਹ ਕਹਿਣਗੇ ਮੈਂ ਪੇਸ਼ ਹੋਣ ਲਈ ਤਿਆਰ ਹਾਂ। ਔਰ ਇੱਕ ਨਹੀਂ, ਬਹੁਤ ਸਾਰੇ ਇਹਨਾਂ ਦੇ ਪ੍ਰੂਫ ਆ। ਪਰ ਅਸੀਂ ਸਿਰਫ ਇਸ ਲਈ ਚੁੱਪ ਸੀ ਵੀ ਅਸੀਂ ਇਹਨਾਂ ਨੂੰ ਦੂਸ਼ਣਬਾਜ਼ੀ ਨਹੀਂ ਕਰਦੇ।
ਇਹ ਦੂਸ਼ਣਬਾਜ਼ੀ ਕਰਦੇ ਆ ਰੋਜ਼। ਪਰਿਵਾਰ ਨੂੰ ਕਿੰਨਾ ਟਾਰਗੇਟ ਕੀਤਾ ਸਭ ਨੂੰ ਪਤਾ, ਔਰ ਸਭ ਤੋਂ ਨੇੜੇ ਪਰਿਵਾਰ ਹੁੰਦਾ ਜੀ। ਠੀਕ ਹੈ, ਕੌਮ ਲਈ ਸਾਡੇ ਜਿਹੜੇ ਸ਼ਹੀਦ ਨੇ ਉਹ ਕੌਮ ਦੇ ਹੋ ਜਾਂਦੇ ਆ, ਪਰ ਕੀ ਅਸੀਂ ਫਿਰ ਪਰਿਵਾਰਾਂ ਨੂੰ ਪਿੱਛੇ ਸਿੱਟ ਦਈਏ? ਤੁਸੀਂ ਹੀ ਦੱਸ ਦਿਓ ਸੰਗਤ ਜੀ, ਵੀ ਅਸੀਂ ਪਰਿਵਾਰਾਂ ਨੂੰ ਪਿੱਛੇ ਸਿੱਟ ਦਈਏ? ਫਿਰ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੁੰਦਾ ਉਹਨਾਂ 'ਤੇ। ਕਦੇ ਅੱਜ ਤਾਈਂ ਦੀਪ ਦੇ ਪਰਿਵਾਰ ਨੇ ਕਿਸੇ ਤੋਂ ਕੁਛ ਮੰਗਿਆ ਕਿ ਕਦੇ ਕੁਛ ਵੀ ਕਿਸੇ ਵੀ, ਇੱਥੋਂ ਤੱਕ ਕਿ ਅੰਮ੍ਰਿਤਪਾਲ ਸਿੰਘ ਜਾਂ ਬਾਈ ਬੁੱਕਨ ਸਿੰਘ ਵਾਲਾ ਕਹਦੇ ਕਿ ਪਰਿਵਾਰ ਨੇ ਅੱਜ ਤੱਕ ਉਹਨਾਂ ਨੂੰ ਕਦੇ ਕਿੰਤੂ ਪ੍ਰੰਤੂ ਕੋਈ ਸਵਾਲ ਕੋਈ ਜਵਾਬ ਤੁਸੀਂ ਪ੍ਰਧਾਨ ਕਿਉਂ ਲੱਗੇ ਜਾਂ ਕੁਛ ਵੀ ਕਿਹਾ ਹੋਵੇ, ਇੱਕ ਚੀਜ਼ ਉਹ ਕਹਿ ਦੇਣ। ਪਰ ਇਹਨਾਂ ਦੀਆਂ ਹਜ਼ਾਰਾਂ ਪ੍ਰੂਫ ਪਏ ਆ ਜਿੱਥੇ ਇਹਨਾਂ ਨੇ ਪਰਿਵਾਰ ਨੂੰ ਭੰਡਿਆ ਰੱਜ ਕੇ। ਜੇ ਦੀਪ ਹੁੰਦਾ ਫਿਰ ਤੁਸੀਂ ਪਰਿਵਾਰ ਨੂੰ ਭੰਡਦੇ? ਤੁਸੀਂ ਗੱਲ ਦੀਪ ਦੀ ਕਰਦੇ ਹੋ, ਤੁਸੀਂ ਦੀਪ ਦੇ ਪੈਰ ਅਰਗੇ ਵੀ ਨਹੀਂ ਹੈਗੇ। ਬਸ ਇਹੀ ਬੇਨਤੀਆਂ ਸੀਗੀਆਂ ਕਿ ਕੌਣ ਅਸਲ ਵਾਰਸ ਪੰਜਾਬ ਦੇ ਆ, ਉਹ ਪਛਾਣਨ ਦੀ ਲੋੜ ਆ। ਦੁਬਈ ਬਹਿ ਕੇ ਵਾਰਸ ਨਹੀਂ ਬਣ ਸਕਦੇ ਅਸੀਂ ਪੰਜਾਬ ਦੇ, ਪੰਜਾਬ ਆਉਣਾ ਪੈਣਾ।